ਪੰਜਵਾ। ਜਹ ਕਰਨੀ ਹੋਵਹਿ ਸ਼ਰਮਿੰਦਾ, ਇਹਾ ਕਮਾਨੀ ਰੀਤ। ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਲਿਆ, ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਜਿਹੇ ਕਰਨੀ ਹੋਵੈ ਸ਼ਰਮਿੰਦਾ, ਇਹਾ ਕਮਾਣੀ ਰੀਤ। ਧੰਨ ਗੁਰਬਾਣੀ ਬੜੀ ਸੁਖੈਨ ਹੈ। ਜਦੋਂ ਕਿਤੇ ਕੋਈ ਹੋਰ ਬੋਲੀ ਦਾ ਸ਼ਬਦ ਆ ਜਾਂਦਾ ਹੈ ਜਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਤੇ ਗੰਭੀਰਤਾਈ ਦੇ ਵਿੱਚ ਚਲੇ ਜਾਂਦੇ ਹਨ ਤੇ ਪਾਵਨ ਸ਼ਬਦ ਜਦੋਂ ਰਚਦੇ ਨੇ, ਉੱਥੇ ਥੋੜ੍ਹੀ ਬਹੁਤ ਸਮਝਣ ਦੀ ਲੋੜ ਪੈਂਦੀ ਹੈ। ਬਾਕੀ ਧੰਨ ਗੁਰਬਾਣੀ ਇਤਨੀ ਸਰਲ ਹੈ ਕਿ ਪੜ੍ਹਨ ਦੇ ਨਾਲ ਹੀ ਸਾਨੂੰ ਸੋਝੀ ਆ ਜਾਂਦੀ ਹੈ, ਜੇ ਥੋੜ੍ਹਾ ਜਿਹਾ ਮਨ ਨੂੰ ਇਕਾਗਰ ਕਰੀਏ ਤਾਂ। ਜਿਵੇਂ ਵੇਖੋ ਆਪ ਜੀ ਨੇ ਸਰਵਣ ਕੀਤਾ ਹੈ, ਜਿਹੇ ਕਰਨੀ ਹੋਵੈ ਸ਼ਰਮਿੰਦਾ। ਕੁਝ ਕੰਮ ਇਸ ਤਰ੍ਹਾਂ ਦੇ ਅਸੀਂ ਕਰ ਬੈਠਦੇ ਹਾਂ ਜਿਨ੍ਹਾਂ ਦੇ ਨਾਲ ਸਾਨੂੰ ਸਮਾਜ ਦੇ ਵਿੱਚ ਸ਼ਰਮਿੰਦਗੀ ਮਿਲਦੀ ਹੈ। ਸਮਾਜ ਦੇ ਰਾਹ ਉਹਨਾਂ ਕੰਮਾਂ ਨੂੰ ਚੰਗਾ ਨਹੀਂ ਆਖਦਾ ਵੀ ਇਹਨੇ ਇਹ ਕੰਮ ਗਲਤ ਕੀਤਾ ਹੈ, ਸ਼ਰਮਸ਼ਾਰ ਕਰਮ ਕੀਤਾ ਹੈ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹਾ ਕਮਾਣੀ ਰੀਤ। ਪਰ ਫਿਰ ਵੀ ਅਸੀਂ ਨਾ ਉਸ ਗਲਤੀ ਨੂੰ ਵਾਰੀ-ਵਾਰੀ ਕਰਦੇ ਰਹਿੰਦੇ ਹਾਂ, ਉਸ ਗਲਤੀ ਨੂੰ ਦੁਹਰਾਉਂਦੇ ਰਹਿੰਦੇ ਹਾਂ। ਜਿਹੇ ਕਰਨੀ ਹੋਵੈ ਸ਼ਰਮਿੰਦਾ, ਕੁਝ ਇਸ ਤਰ੍ਹਾਂ ਦੇ ਕਰਮ ਨੇ, ਕੁਝ ਇਸ ਤਰ੍ਹਾਂ ਦੇ ਕੰਮ ਨੇ ਜਿਨ੍ਹਾਂ ਨੂੰ ਕੀਤਿਆਂ ਅਸੀਂ ਸ਼ਰਮਿੰਦਗੀ ਦਾ ਮੂੰਹ ਵੇਖਦੇ ਹਾਂ, ਸ਼ਰਮਿੰਦੇ ਹੁੰਦੇ ਹਾਂ, ਸ਼ਰਮਸਾਰ ਹੁੰਦੇ ਹਾਂ। ਸਮਾਜ ਦੇ ਵਿੱਚ ਸਾਰੇ ਤੁਰੇ ਕਰਦੇ ਨੇ, ਪਰ ਪ੍ਰਾਣੀ ਦਾ ਜਿਹੜਾ ਸੁਭਾਅ ਹੈ ਨਾ, ਇਹ ਸੁਭਾਅ ਇਸ ਤਰ੍ਹਾਂ ਦਾ ਹੈ ਵੀ ਇਹ ਕਮਾਣੀ ਰੀਤ। ਫਿਰ ਵਾਰੀ-ਵਾਰੀ ਉਸੇ ਰੀਤੀ ਦੇ ਅਨੁਸਾਰ ਹੀ ਮਨੁੱਖ ਜਿਹੜਾ ਉਹ ਬੁਰੇ ਕਰਮ ਜਿਹੜਾ ਉਹ ਕਰਦਾ ਰਹਿੰਦਾ ਹੈ। ਹੁਣ ਇੱਥੇ ਸਵਾਲ ਇਹ ਖੜਾ ਹੋ ਗਿਆ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਕਹਿਣਾ ਕੀ ਚਾਹੁੰਦੇ ਨੇ। ਧੰਨ ਗੁਰੂ ਜੀ ਸਾਨੂੰ ਇਹ ਗੱਲ ਆਖਣੀ ਚਾਹੁੰਦੇ ਨੇ, ਸੰਤ ਕੀ ਨਿੰਦਾ ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਇਹ ਸਭ ਤੋਂ ਸ਼ਰਮਸਾਰ ਕਰਨ ਵਾਲਾ ਕੰਮ ਹੈ। ਕੁਝ ਕੰਮ ਅਸੀਂ ਇਸ ਤਰ੍ਹਾਂ ਦੇ ਕਰਦੇ ਹਾਂ, ਉਹ ਸਮਾਜ ਨੂੰ ਚੰਗੇ ਨਹੀਂ ਲੱਗਦੇ, ਉਹਨਾਂ ਨੂੰ ਸਮਾਜ ਜਿਹੜਾ ਉਹ ਬੁਰਾ ਆਖਦਾ ਹੈ, ਸਮਾਜ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੰਦਾ, ਸਮਾਜ ਸਾਨੂੰ ਸ਼ਰਮਿੰਦਗੀ ਦਿੰਦਾ ਹੈ। ਪਰ ਉਹ ਪਰਮਾਤਮਾ ਸੱਚੇ ਸਤਿਗੁਰ ਦੇ ਦਰ ਤੇ ਨਾ ਉਹਨਾਂ ਕੀਤੇ ਹੋਏ ਕੰਮਾਂ ਦਾ ਪਾਪ ਨਹੀਂ, ਤੇ ਫਿਰ ਸਾਨੂੰ ਅੱਗੇ ਜਾ ਕੇ ਦਰਗਾਹ ਦੇ ਵਿੱਚ ਲੇਖਾ ਜੋਖਾ ਨਹੀਂ ਦੇਣਾ ਪੈਂਦਾ। ਜਿਵੇਂ ਕੋਈ ਗੁਰਮੁਖ ਪਿਆਰਾ ਹੈ, ਉਹਨੇ ਆਪਣੇ ਜੀਵਨ ਦੇ ਵਿੱਚ ਗ੍ਰਿਸ਼ਟ ਆਸ਼ਰਮ ਨੂੰ ਧਾਰਨ ਕੀਤਾ ਹੈ, ਪਰਿਵਾਰ ਦੇ ਵਿੱਚ ਰਹਿੰਦਾ ਹੈ। ਹੁਣ ਉਮਰ ਵੱਡੀ ਹੋ ਗਈ ਹੈ ਤੇ ਉਹਨੇ ਇਹ ਆਖਿਆ ਵੀ ਅੱਜ ਤੱਕ ਤਾਂ ਹੁਣ ਆਪਾਂ ਇਹ ਮਿੱਟੀ ਘੱਟਾ ਢੋਂਦੇ ਰਹੇ ਹਾਂ, ਤੇ ਚਲੋ ਹੁਣ ਅੱਜ ਤੋਂ ਬਾਅਦ ਆਪਾਂ ਨਿਯਮ ਬਣਾ ਲਈਏ ਵੀ ਆਪਾਂ ਗੁਰੂ ਚਰਨਾਂ ਦੇ ਨਾਲ ਹੀ ਜੁੜੇ ਰਹਿਣਾ, ਨਾਮ ਜਪਣਾ, ਸਿਮਰਨ ਕਰਨਾ, ਭਜਨ ਬੰਦਗੀ ਕਰਨੀ ਹੈ, ਆਪਾਂ ਪਰਿਵਾਰ ਨੂੰ ਛੱਡ ਦੇਣਾ। ਹੁਣ ਸਮਾਜ ਇਹ ਨਾ ਜਿਹੜਾ ਉਹ ਆਖੇਗਾ ਲੈ ਹੁਣ ਬੁੱਢੇ ਬਾਰੇ ਛੱਡ ਕੇ ਤੇ ਭਗਤ ਬਣ ਗਿਆ। ਜਿਵੇਂ ਆਪਾਂ ਆਮ ਬੋਲੀ ਦੇ ਵਿੱਚ ਕਹਿ ਦਿੰਦੇ ਹਾਂ, ਇੱਕ ਕਹਾਵਤ ਜੀ ਹੈ ਵੀ 100 ਕੁ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਸ ਤਰ੍ਹਾਂ ਦੇ ਮਿਹਨੇ ਸਮਾਜ ਜਿਹੜਾ ਉਹ ਮਾਰਨ ਲੱਗ ਜਾਂਦਾ। ਪਰ ਪਰਮਾਤਮਾ ਨੂੰ ਉਹ ਗੱਲ ਚੰਗੀ ਲੱਗਦੀ ਹੈ, ਪਰਮਾਤਮਾ ਨੂੰ ਉਹ ਗੱਲ ਚੰਗੀ ਇਸ ਕਰਕੇ ਲੱਗਦੀ ਹੈ ਵੀ ਚਲੋ ਇਹ ਸੁਧਰਿਆ ਤਾਂ ਸਹੀ ਨਾ, ਭਾਵੇਂ ਬੁੱਢਾ ਹੋ ਕੇ ਸੁਧਰਿਆ, ਸੁਧਰ ਤਾਂ ਗਿਆ ਹੈ ਨਾ, ਇਹਨੂੰ ਇਸ ਗੱਲ ਦਾ ਖਿਆਲ ਤਾਂ ਆ ਗਿਆ ਹੈ ਨਾ ਵੀ ਪਰਮਾਤਮਾ ਸੱਚੇ ਸਤਿਗੁਰ ਦਾ ਮੈਂ ਨਾਮ ਜਪਾਂ। ਪਰ ਇੱਥੇ ਗੁਰੂ ਮਹਾਰਾਜ ਜੀ ਸਾਨੂੰ ਇਹ ਗੱਲ ਦੱਸਦੇ ਨੇ, ਸੰਤ ਕੀ ਨਿੰਦਾ ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਇਹ ਕਿਰਿਆ ਜਿਹੜੀ ਅਸੀਂ ਕਰਦੇ ਹਾਂ ਨਾ ਆਪਣੇ ਜੀਵਨ ਦੇ ਵਿੱਚ, ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ ਤੇ ਸਾਕਤ ਤੋਂ ਆਪਾਂ ਚੰਗੀ ਭਾਂਤ ਜਾਣੂ ਹਾਂ। ਸਾਕਤ ਉਹਨੂੰ ਆਖਿਆ ਜਾਂਦਾ ਜਿਹੜਾ ਸਮਾਜ ਦੇ ਵਿੱਚ ਗੰਦਗੀ ਫੈਲਾਉਂਦਾ ਹੋਵੇ, ਜਿਹੜਾ ਸਮਾਜ ਨੂੰ ਗੰਦਿਆਂ ਕਰਦਾ ਹੋਵੇ, ਜਿਹੜਾ ਸਮਾਜ ਦੇ ਵਿੱਚ ਬੁਰੀਆਂ ਆਦਤਾਂ ਬੁਰਾਈ ਹੈ ਨਾ ਜਿਹੜੀ ਇਹ ਕਿਰਿਆ ਕਰਦਾ ਹੋਵੇ, ਉਹਨੂੰ ਸਾਕਤ ਆਖਿਆ ਗਿਆ ਹੈ। ਸਾਕਤ ਕੀ ਪੂਜਾ। ਤੇ ਇਸ ਤਰ੍ਹਾਂ ਦੇ ਬੰਦੇ ਨੂੰ ਅਸੀਂ ਪੂਜਣ ਲੱਗ ਜਾਂਦੇ। ਪੂਜਾ ਤੋਂ ਭਾਵ ਪਈ ਅਸੀਂ ਉਹਨੂੰ ਚੰਗਾ ਸਤਿਕਾਰ ਦੇਣ ਲੱਗ ਜਾਂਦੇ ਹਾਂ, ਚੰਗਾ ਆਖਣ ਲੱਗ ਜਾਂਦੇ ਹਾਂ। ਜਿਹੜਾ ਸਮਾਜ ਦੇ ਵਿੱਚ ਬੁਰਾਈਆਂ ਕਰਦਾ ਹੈ,
ਐਸੀ ਦ੍ਰਿੜੀ ਵਿਪਰੀਤ, ਇਹ ਜਿਹੜੀ ਵਿਪਰੀਤ ਕਿਰਿਆ ਅਸੀਂ ਕਰਦੇ ਹਾਂ ਨਾ, ਇਹਦੇ ਨਾਲ ਸਾਨੂੰ ਸ਼ਰਮਿੰਦਗੀ ਜਿਹੜੀ ਹੈ ਇਹ ਪਰਲੋਕ ਦੇ ਵਿੱਚ ਜਾ ਕੇ ਵੇਖਣੀ ਪੈਂਦੀ ਹੈ। ਇੱਥੇ ਸਮਾਜ ਦੇ ਵਿੱਚ ਰਹਿੰਦੇ ਹੋਇਆਂ ਤਾਂ ਹੋ ਸਕਦਾ ਸਮਾਜ ਇਸ ਨੂੰ ਸ਼ਰਮਿੰਦਗੀ ਨਾ ਆਖਦਾ ਹੋਵੇ। ਵੈਸੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਇਹ ਕਰਮ ਹੈ ਜਿਹੜਾ, ਇਹਦੇ ਨਾਲ ਇਸ ਸਮਾਜ ਦੇ ਵਿੱਚ ਵੀ ਸ਼ਰਮਿੰਦਗੀ ਮਿਲਦੀ ਹੈ ਤੇ ਅੱਗੇ ਪਰਲੋਕ ਦੇ ਵਿੱਚ ਜਾ ਕੇ ਵੀ ਸਾਨੂੰ ਸ਼ਰਮਿੰਦਗੀ ਮਿਲਦੀ ਹੈ। ਇਹ ਕਰਮ ਹੈ ਜਿਹੜੀ, ਇਹ ਕਿਰਿਆ ਜਿਹੜੀ, ਇਹ ਸਾਨੂੰ ਨਹੀਂ ਕਰਨੀ ਚਾਹੀਦੀ। ਈਰਾਨ ਦਾ ਇੱਕ ਵਿਦਵਾਨ ਹੋਇਆ ਹੈ, ਇਸ ਨੇ ਇੱਕ ਗ੍ਰੰਥ ਲਿਖਿਆ ਹੈ, ਇਹਦਾ ਨਾਮ ਹੈ ਬਹੁਤਾ। ਇਸ ਗ੍ਰੰਥ ਦੇ ਵਿੱਚ ਇਸ ਨੇ ਇੱਕ ਛੋਟਾ ਜਿਹਾ ਨੁਕਤਾ ਲਿਖਿਆ ਹੈ, ਉਹ ਆਪ ਜੀ ਦੀ ਮੈਂ ਨਜ਼ਰ ਦੇ ਵਿੱਚ, ਆਪ ਜੀ ਦੀ ਸੇਵਾ ਦੇ ਵਿੱਚ ਮੈਂ ਹਾਜ਼ਰ ਕਰਦਾ। ਇਹ ਲਿਖਦਾ ਹੈ, ਗਰਦ ਸੇ ਗਰਦੋ ਗਰਦਾ ਗੁਰਦਗਾਰਾ ਗਰਦਗਾਹਾ। ਗਰਦ ਜਦੋਂ ਜੇਠ ਹਾੜ ਦੇ ਦਿਨ ਹੁੰਦੇ ਨੇ ਅਸਮਾਨ ਦੇ ਵਿੱਚ ਚੜ੍ਹਦੀ ਹੈ। ਅਸੀਂ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਜਦੋਂ ਜੇਠ ਹਾੜ ਦੇ ਦਿਨ ਹੁੰਦੇ ਨੇ ਗਰਦਸ ਅਸਮਾਨ ਦੇ ਵਿੱਚ ਚੜ੍ਹ ਜਾਂਦੀ ਹੈ, ਮਿੱਟੀ ਘੱਟਾ ਆਕਾਸ਼ ਦੇ ਵਿੱਚ ਚੜ੍ਹ ਜਾਂਦਾ ਹੈ, ਬੜੀ ਗਰਮੀ ਪੈਂਦੀ ਹੈ ਤੇ ਇਹ ਗਰਦਸ ਜਿਹੜੀ ਇਹ ਫਿਰ ਹੌਲੀ ਹੌਲੀ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਹ ਗਰਦਸ਼ ਡਿੱਗਦੀ ਹੈ ਤੇ ਫਿਰ ਇਹ ਉੱਚੇ ਤੋਂ ਉੱਚੇ ਜਿਹੜੇ ਰੁੱਖ ਨੇ ਨਾ, ਉਹਨਾਂ ਦੇ ਪੱਤਿਆਂ ਦੀਆਂ ਚੋਟੀਆਂ ਦੇ ਉੱਤੇ ਵੀ ਪੈਂਦੀ ਹੈ, ਉਹਨਾਂ ਰੁੱਖਾਂ ਦੀਆਂ ਚੋਟੀਆਂ ਦੇ ਉੱਤੇ ਵੀ ਪੈਂਦੀ ਹੈ ਤੇ ਉੱਚੇ ਤੋਂ ਉੱਚੇ ਜਿਹੜੇ ਪਰਬਤ ਨੇ ਨਾ, ਉਹ ਪਰਬਤ ਵੀ ਇਸ ਗਰਦਸ਼ ਤੋਂ ਨਹੀਂ ਬਚਦੇ। ਮੈਂ ਇੱਕ ਵਾਰੀ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂ ਤਾਂ ਕਿ ਗੱਲ ਦੀ ਸਮਝ ਆ ਜਾਵੇ। ਗਰਦ ਸੇ ਗਰਦੋ ਗਰਦਾ ਗੁਰਦਗਾਹਾ ਗਰਦਗਾਹਾ। ਗਰਦ ਸੇ ਗਰਦੋ ਗਰਦਾ ਗੁਰਦਗਾਰਾ ਗਰਦਗਾਹਾ। ਇਹ ਕਹਿੰਦਾ ਜਦੋਂ ਅਸਮਾਨ ਦੇ ਵਿੱਚ ਗਰਦਸ਼ ਚੜ ਜਾਂਦੀ ਹੈ, ਅਸਮਾਨ ਦੇ ਵਿੱਚ ਗਰਦਸ਼ ਪੈਂਦੀ ਹੈ ਤੇ ਉਸ ਗਰਦਸ਼ ਦੇ ਨਾਲ ਕੋਈ ਵੀ ਨਹੀਂ ਬਚਦਾ। ਉਹ ਗਰਦਸ਼ ਸਾਰਿਆਂ ਤੇ ਪੈਂਦੀ ਹੈ, ਜਿਹੜਾ ਜਿੰਨਾ ਜ਼ਿਆਦਾ ਉੱਚਾ ਹੋਵੇਗਾ ਉਹਦੇ ਤੇ ਉਨੀ ਜ਼ਿਆਦਾ ਪਵੇਗੀ। ਇਹਦਾ ਕਹਿਣ ਤੋਂ ਭਾਵ ਹੈ ਵੀ ਜਿਹੜਾ ਜਿੰਨਾ ਜ਼ਿਆਦਾ ਉੱਚਾ ਹੋਵੇਗਾ ਉਹਦੇ ਤੇ ਉਨੀ ਜ਼ਿਆਦਾ ਜਿਹੜੀ ਹੈ ਨਾ ਉਹ ਗਰਦਸ਼ ਹੈ ਉਹਦੇ ਤੇ ਜ਼ਿਆਦਾ ਪਵੇਗੀ। ਅੱਗੇ ਲਿਖਦਾ, ਬਰਸਰੇ ਤਹਿ ਦੇ ਤਮੀਜਾ ਨਾਕ ਸਾਰਾ ਮਰਦ ਕਾ। ਇਹ ਲਿਖਦਾ ਵੀ ਇਹ ਜਿਹੜੀ ਗਰਦਸ਼ ਹੈ ਨਾ, ਇਹ ਗਰਦਸ਼ ਬੜਾ ਦੁੱਖ ਦਿੰਦੀ ਹੈ। ਕਿਹੜੀ ਗਰਦਸ਼? ਬਰਸਰੇ ਤਹਿਲ ਦੇ ਤਮੀਜਾ, ਜਿਨ੍ਹਾਂ ਨੂੰ ਬੜੀ ਤਮੀਜ਼ ਹੈ, ਜਿਹੜੇ ਬੜੇ ਸਿਆਣੇ ਨੇ। ਤਮੀਜ਼ ਤੋਂ ਭਾਵ ਹੁੰਦਾ ਸਿਆਣਾ ਮਨੁੱਖ। ਬਰਸਰੇ ਤਹਿਲ ਦੇ ਤਮੀਜਾ ਨਾਕ ਸਾਰਾ ਮਰਦਗਾ, ਜਿਨ੍ਹਾਂ ਨੂੰ ਬੜੀ ਤਮੀਜ਼ ਹੈ, ਜਿਹੜੇ ਬੜੇ ਸਿਆਣੇ ਨੇ ਨਾ, ਉਹ ਜਦੋਂ ਨਾਕ ਸਾਰਾ ਕਿਹਾ ਜਾਂਦਾ, ਜਿਹਨੂੰ ਸਮਝ ਨਹੀਂ ਹੈਗੀ, ਜਿਹੜਾ ਬੇਸਮਝ ਹੈ, ਜਿਹਨੂੰ ਗੁਰਬਾਣੀ ਦੇ ਅੰਦਰ ਸਾਕਤ ਆਖਿਆ ਹੈ, ਈਰਾਨ ਦੀ ਬੋਲੀ ਦੇ ਵਿੱਚ ਉਹਨੂੰ ਨਾਕ ਸਾਰਾ ਆਖਿਆ ਜਾਂਦਾ ਹੈ। ਬਰਸਰੇ ਤਹਿਲ ਦੇ ਤਮੀਜਾ ਨਾਕ ਸਾਰਾ ਮਰਦ ਦਾ। ਅਸੀਂ ਜਿਹੜੇ ਸਮਾਜ ਵਾਲੇ ਆ, ਨਾਕ ਸਾਰਾ ਜਿਹੜੇ ਸਾਕਤ ਨੇ ਨਾ, ਉਹਨਾਂ ਨੂੰ ਤਾਂ ਮਰਦ ਸਮਝਦੇ ਆ। ਇਹ ਕਹਿੰਦਾ ਹੈ ਵੀ ਸਮਾਜ ਦੇ ਵਿੱਚ ਜਿਹੜੀ ਇਹ ਗਰਦਸ਼ ਹੈ ਨਾ, ਇਹ ਗਰਦਸ਼ ਬੜੀ ਭੈੜੀ ਹੈ। ਮੈਂ ਇੱਕ ਵਾਰੀ ਫਿਰ ਸ਼ੁਰੂ ਤੋਂ ਕਰਾਂ। ਕਹਿੰਦਾ ਜਦੋਂ ਗਰਦਸ਼ ਆਕਾਸ਼ ਨੂੰ ਚੜ੍ਹਦੀ ਏ, ਉਹ ਸਾਰਿਆਂ ਤੇ ਪੈਂਦੀ ਏ। ਉਹ ਗਰਦਸ਼ ਜਦੋਂ ਸਾਰਿਆਂ ਤੇ ਪੈਂਦੀ ਏ ਤੇ ਫਿਰ ਅੱਗੋਂ ਵਰਸ਼ਾ ਰੀਤੂ ਆ ਜਾਂਦੀ ਏ, ਮੀਂਹ ਪੈਂਦਾ ਤੇ ਜਿਹੜੇ ਰੁੱਖਾਂ ਤੇ ਉਹ ਗਰਦਸ਼ ਜੰਮੀ ਏ ਨਾ, ਉਹ ਧੋਤੀ ਜਾਂਦੀ ਏ। ਜਿਹੜੀਆਂ ਉੱਚੀਆਂ ਉੱਚੀਆਂ ਇਮਾਰਤਾਂ ਤੇ ਪਈ ਏ ਗਰਦਸ਼, ਉਹ ਵੀ ਧੋਤੇ ਜਾਂਦੇ ਨੇ, ਚਿੱਟੇ ਸਾਫ ਸੁਥਰੇ ਹੋ ਜਾਂਦੇ ਨੇ, ਭਾਵ ਪੂਰੀ ਸਫਾਈ ਹੋ ਜਾਂਦੀ ਏ। ਜਦੋਂ ਅੱਗੋਂ ਮੌਨਸੂਨ ਆਉਂਦੀ ਏ ਤੇ ਮੀਂਹ ਪੈਂਦਾ ਹੈ, ਉਹਦੇ ਨਾਲ ਉਹ ਗਰਦਸ਼ ਧੋਤੀ ਜਾਂਦੀ ਹੈ। ਪਰ ਆ ਜਿਹੜੀ ਗਰਦਸ਼ ਹੈ ਨਾ, ਇਹ ਨਹੀਂ ਧੋਤੀ ਜਾਂਦੀ। ਕਿਹੜੀ ਗਰਦਸ਼? ਬਰਸਰੇ ਤਹਿਲ ਦੇ ਤਮੀਜਾ ਨਾਕ ਸਾਰਾ ਮਰਦ। ਜਿਹੜਾ ਨਾਕ ਸਾਰੇ, ਜਿਹੜਾ ਸਾਕਤ ਹੈ, ਉਹਨੂੰ ਅਸੀਂ ਕੀ ਆਖਦੇ ਆ? ਇਹ ਬੜਾ ਮਰਦ ਹੈ। ਬਰਸਰੇ ਤਹਿਲ ਦੇ ਤਮੀਜਾ। ਤੇ ਜਿਹੜਾ ਸਿਆਣਾ ਉਹਨੂੰ ਕੀ ਅਸੀਂ ਆਖਦੇ ਆ? ਸੰਤ ਕੀ ਨਿੰਦਾ।
ਉਹਦੀ ਅਸੀਂ ਨਿੰਦਿਆ ਸ਼ੁਰੂ ਕਰਨ ਲੱਗ ਜਾਂਦੇ ਹਾਂ ਵੀ ਇਹਨੂੰ ਕੀ ਪਤਾ, ਇਹ ਕੀ ਜਾਣਦਾ ਹੈ। ਅਸੀਂ ਉਹਦੀ ਵਿਰੋਧਤਾ ਹੀ ਕਰਨ ਲੱਗ ਜਾ। ਅੱਗੇ ਤੀਸਰੀ ਤੁਕ ਦੇ ਵਿੱਚ ਲਿਖਦਾ ਹੈ, ਮਨ ਮੇ ਸੋਇਆ ਗੁਰ ਕਰਦਸ ਸਰਕਰ ਦਾਮ ਪੁਨਮ। ਕਹਿੰਦਾ ਹੇ ਵਾਹਿਗੁਰੂ, ਹੇ ਪ੍ਰਮਾਤਮਾ, ਹੇ ਸੱਚੇ ਸਤਿਗੁਰ, ਮੇਰੇ ਤੇ ਕਿਰਪਾ ਕਰੀ, ਮੈਂ ਇਸ ਗਰਦਸ ਦਾ ਹਿੱਸਾ ਨਾ ਬਣਾ। ਇਹ ਜਿਹੜੀ ਗਰਦਸ ਹੈ ਨਾ, ਮੈਂ ਇਸ ਗਰਦਸ ਦਾ ਹਿੱਸਾ ਨਾ ਬਣਾ। ਹਰ ਚੇ ਪਾਮੀ ਗੁਣ ਵਾਲੇ ਮੁਹਤਾਜ ਬੇਕਦਰਾਂ ਨਾ, ਮੈਂ ਕਿਸੇ ਦਾ ਬੇਕਦਰ ਨਾ ਹੋਵਾਂ। ਇਹ ਮੇਰੇ ਤੇ ਕਿਰਪਾ ਰੱਖੀ, ਇਹ ਮੇਰੇ ਤੇ ਰਹਿਮਤ ਰੱਖੀ। ਤੇ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਇਹੀ ਸਾਨੂੰ ਹਦਾਇਤ ਦਿੰਦੇ ਨੇ, ਇਹੀ ਸਾਡੇ ਤੇ ਕਿਰਪਾ ਕਰਦੇ ਨੇ ਵੀ ਇਹ ਜਿਹੜਾ ਕੰਮ ਹੈ ਨਾ, ਇਹ ਨਾ ਕਿਤੇ ਸਾਡੇ ਕੋਲ ਹੋ ਜਾਵੇ। ਇਸ ਗਰਦਸ ਦੇ ਕਿਤੇ ਅਸੀਂ ਹਿੱਸੇ ਨਾ ਬਣ ਜਾਈਏ। ਕਿਹੜੀ ਗਰਦਸ? ਸੰਤ ਕੀ ਨਿੰਦਾ, ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਇਹ ਜਿਹੜੀ ਉਲਟ ਮੱਤ ਏ, ਕਿਤੇ ਇਹ ਸਾਡੇ ਵਿੱਚ ਨਾ ਆ ਜਾਵੇ। ਜੇ ਕਰਨੀ ਹੋਵੇ ਸ਼ਰਮਿੰਦਾ, ਇਹਾ ਕਮਾਣੀ ਰੀਤ। ਇਹ ਸਮਾਜ ਏ ਜਿਹੜੇ ਕੰਮ ਕਰਨ ਦੇ ਨਾਲ ਇਹਨਾਂ ਨੂੰ ਸਮਾਜ ਹੀ ਸ਼ਰਮਿੰਦਗੀ ਦਿੰਦਾ ਏ, ਤੇ ਅਸੀਂ ਸਮਾਜ ਦੇ ਵਿੱਚ ਰਹਿਣ ਵਾਲੇ ਵਾਰੀ-ਵਾਰੀ ਉਸੇ ਸ਼ਰਮਿੰਦਗੀ ਵਾਲੇ ਕੰਮ ਨੂੰ ਹੀ ਕਰਦੇ ਰਹਿੰਦੇ ਹਾਂ ਜੀ। ਸੰਤ ਕੀ ਨਿੰਦਾ, ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਪਰ ਆ ਜਿਹੜੀ ਗਰਦਸ ਹੈ ਨਾ, ਸੰਤ ਕੀ ਨਿੰਦਾ, ਸੰਤਾਂ ਦੀ ਨਿੰਦਿਆ ਕਰਨੀ, ਸਾਕਤ ਕੀ ਪੂਜਾ, ਤੇ ਨਾਸਤਕ ਮਨੁੱਖ ਜਿਹੜਾ ਸਾਕਤ ਹੈ ਉਸ ਦੀ ਜਿਹੜੀ ਪੂਜਾ ਕਰਨੀ, ਉਸ ਨੂੰ ਸਤਿਕਾਰ ਦੇਣਾ, ਉਸ ਨੂੰ ਪੂਜਣਾ, ਉਸ ਦੀ ਵਡਿਆਈ ਸ਼ੋਭਾ ਕਰਨੀ। ਐਸੀ ਦ੍ਰਿੜੀ ਵਿਪਰੀਤ, ਇੱਕ ਇਸ ਤਰ੍ਹਾਂ ਦੀ ਵਿਪਰੀਤ ਕਿਰਿਆ ਹੈ ਜਿਹੜੀ ਸਮਾਜ ਦੀ ਆਮ ਸ਼ਰਮਿੰਦਗੀ ਵਾਲੀ ਕਿਰਿਆ ਤੋਂ ਵੀ ਜ਼ਿਆਦਾ ਘਿਨਾਉਣੀ ਹੈ। ਕਿਉਂਕਿ ਕਈ ਇਸ ਤਰ੍ਹਾਂ ਦੇ ਕੰਮ ਨੇ ਜੋ ਅਸੀਂ ਕਰਦੇ ਹਾਂ, ਸਮਾਜ ਨੂੰ ਉਹ ਚੰਗੇ ਨਹੀਂ ਲੱਗਦੇ, ਪਰ ਪ੍ਰਮਾਤਮਾ ਵਾਹਿਗੁਰੂ ਨੂੰ ਉਹ ਕਰਮ ਨੇ ਜਿਹੜੇ ਉਹ ਚੰਗੇ ਲੱਗਦੇ ਨੇ। ਪਰ ਜਦੋਂ ਅਸੀਂ ਸੰਤ ਦੀ ਨਿੰਦਾ ਤੇ ਸਾਕਤ ਦੀ ਪੂਜਾ ਕਰਨ ਲੱਗ ਜੰਨੇ ਆ, ਫਿਰ ਇਹ ਜਿਹੜੀ ਸ਼ਰਮਿੰਦਗੀ ਹੈ ਇਹ ਸਾਨੂੰ ਪਰਲੋਕ ਦੇ ਵਿੱਚ ਵੀ ਮਿਲਦੀ ਹੈ ਜੀ। ਮਾਇਆ ਮੋਹ ਭੂਲੋ ਅਬਰੈ ਹੀਤ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਮਾਇਆ ਨੇ ਜਿਹੜੀ, ਇਹਨੇ ਆਪਣੇ ਮੋਹ ਦਾ ਜਾਲ ਫਸਾ ਕੇ ਸਾਨੂੰ ਭੁਲਾ ਰੱਖਿਆ। ਤੇ ਸਾਨੂੰ ਜਦੋਂ ਭੁਲਾ ਰੱਖੇ ਨਾ ਅਵਰੇ ਹੀਤ, ਤੇ ਅਸੀਂ ਉਸ ਪਰਮਾਤਮਾ ਦੇ ਨਾਲ ਹਿੱਤ ਕਰਨਾ ਛੱਡ ਕੇ ਹੋਰ ਜਿਹੜੇ ਦੁਨਿਆਵੀ ਕਰਮ ਨੇ ਉਹਨਾਂ ਦੇ ਨਾਲ ਹਿੱਤ ਕਰਨ ਲੱਗ ਜਾਂਦੇ ਹਾਂ ਜੀ। ਹਰ ਚੰਦੌਰੀ ਬਨ ਹਰ ਪਾਤ ਰੇ, ਇਹ ਤੁਹਾਰੋ ਬੀਤ। ਹੁਣ ਧੰਨ ਗੁਰੂ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਹਰ ਚੰਦੌਰੀ ਇਹ ਰਾਜਾ ਹੋਇਆ ਹਰੀਸ਼ ਚੰਦਰ। ਇੱਕ ਕਾਲਪਨਿਕ ਕਹਾਣੀ ਹੈ, ਪਰ ਦੱਸੇ ਤੋਂ ਬਿਨਾਂ ਇਹਦੀ ਸਮਝ ਨਹੀਂ ਆਏਗੀ। ਧੰਨ ਗੁਰਬਾਣੀ ਦੇ ਅੰਦਰ ਇਹ ਸ਼ਬਦ ਬਹੁਤ ਵਾਰੀ ਆਉਂਦਾ ਹੈ। ਰਾਜਾ ਹੋਇਆ ਹਰੀਸ਼ ਚੰਦਰ, ਤੇ ਕਹਿੰਦੇ ਨੇ ਹਰੀਸ਼ ਚੰਦਰ ਜਿਹੜਾ ਇਹ ਆਪਣੇ ਜੱਤ ਸੱਤ ਦੇ ਵਿੱਚ ਜਦੋਂ ਪੱਕਾ ਹੋ ਗਿਆ ਸੀ, ਤੇ ਪਰਮਾਤਮਾ ਨੇ ਇਹਨੂੰ ਆਖਿਆ ਵੀ ਤੂੰ ਹੁਣ ਵਰ ਮੰਗ। ਆਪਣੇ ਧਰਮ ਨਿਯਮ ਦੇ ਵਿੱਚ ਜਦੋਂ ਸਿਰੇ ਚੜ ਗਿਆ ਨਾ, ਤੇ ਪਰਮਾਤਮਾ ਨੇ ਇਹਨੂੰ ਆਖਿਆ ਵੀ ਤੂੰ ਵਰ ਮੰਗ। ਤੇ ਇਹ ਕਹਿੰਦਾ ਵੀ ਮੈਂ ਜਿੱਥੇ ਆਪ ਮੁਕਤ ਹੋਣ ਜਾ ਰਿਹਾ ਨਾ, ਉੱਥੇ ਜਿਹੜੇ ਨਗਰ ਦੇ ਵਿੱਚ ਮੈਂ ਰਹਿਣਾ, ਇਹ ਨਗਰ ਸਾਰੇ ਦਾ ਸਾਰੇ ਹੀ ਮੇਰੇ ਨਾਲ ਮੁਕਤ ਹੋ ਜਾਵੇ। ਕਿਉਂਕਿ ਸੰਤ ਮਹਾਂਪੁਰਸ਼ ਜਿਹੜੇ ਹੁੰਦੇ ਨੇ ਇਹ ਪਰਉਪਕਾਰੀ ਹੁੰਦੇ ਨੇ। ਇਹ ਆਪ ਦਾ ਭਲਾ ਬਾਅਦ ਦੇ ਵਿੱਚ ਤੇ ਦੂਜਿਆਂ ਦਾ ਭਲਾ ਹੈ ਨਾ ਜਿਹੜਾ ਉਹ ਪਹਿਲੂ ਸੋਚਦੇ ਨੇ। ਹੁਣ ਇਸ ਹਰੀਸ਼ ਚੰਦਰ ਰਾਜੇ ਨੇ ਜਦੋਂ ਇਹ ਵਰ ਮੰਗ ਲਿਆ, ਤੇ ਇਹਦੀ ਨਗਰੀ ਹੈ ਜਿਹੜੀ ਉਹ ਸਾਰੀ ਦੀ ਸਾਰੀ, ਹੁਣ ਜਦੋਂ ਨਗਰੀ ਕਹਿ ਦਿੱਤੀ ਤੇ ਉਹਦੇ ਵਿੱਚ ਵੀ ਕੁੱਤੇ ਵੀ ਸਨ, ਗਧੇ ਵੀ ਸਨ, ਤੇ ਹੋਰ ਗਾਈਆਂ ਮੱਝਾਂ ਜੋ ਆਪਣੇ ਜੀਵਨ ਦੇ ਵਿੱਚ ਆਪਾਂ ਨਗਰ ਦੇ ਵਿੱਚ ਵੇਖਦੇ ਆ, ਉਹ ਸਾਰੇ ਹੀ ਸੀ, ਚੰਗੇ ਮਾੜੇ ਸਾਰੇ ਹੀ ਸਨ। ਜਦੋਂ ਕੁਝ ਉਚਾਈ ਤੇ ਗਿਆ ਨਾ ਆਕਾਸ਼ ਦੇ ਵਿੱਚ, ਤੇ ਇੱਕ ਗਧਾ ਸੀ, ਉਹਨੇ ਆਪਣੀ ਇਸ ਤਰ੍ਹਾਂ ਦੀ ਆਦਤ ਦੇ ਅਨੁਸਾਰ ਹਿਣਕਣਾ ਸ਼ੁਰੂ ਕਰ ਦਿੱਤਾ। ਤੇ ਹਰੀਸ਼ਚੰਦਰ ਰਾਜਾ ਜਿਹੜਾ, ਇਹਦੇ ਅੰਦਰ ਹੰਕਾਰ ਹੋ ਗਿਆ। ਹੰਕਾਰ ਇਸ ਗੱਲ ਦਾ ਹੋ ਗਿਆ ਵੀ ਹਰੀਸ਼ਚੰਦਰ ਵੇਖ, ਤੇਰੇ ਧਰਮ ਕਮਾਉਣ ਦੇ ਨਾਲ ਤੂੰ ਤਾਂ ਗਧਿਆਂ ਨੂੰ ਵੀ ਨਾਲ ਲੈ ਕੇ ਸੱਚਖੰਡ ਨੂੰ ਤੁਰ ਪਿਆ। ਤੇ ਉਹ ਉੱਥੇ ਹੀ ਖੜ ਗਈ ਨਗਰੀ, ਨਾ ਉਧਰ ਤੇ ਨਾ ਉਧਰ, ਨਾ ਥੱਲੇ ਤੇ ਨਾ ਉੱਤੇ। ਕਿਉਂਕਿ ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਧੰਨ ਗੁਰੂ ਮਹਾਰਾਜ ਜੀ ਦਾ ਪਾਵਨ ਫਰਮਾਨ ਹੈ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਨਾ ਹੰਕਾਰ ਨਹੀਂ ਚੰਗਾ ਲੱਗਦਾ। ਜੇ ਕੋਈ ਪ੍ਰਾਣੀ ਹੰਕਾਰ ਕਰਦਾ ਹੈ ਨਾ,
ਉਹਨੂੰ ਪਰਮਾਤਮਾ ਨੂੰ, ਵਾਹਿਗੁਰੂ ਨੂੰ ਉਹ ਹੰਕਾਰ ਨਹੀਂ ਚੰਗਾ ਲੱਗਦਾ। ਇਹਦੀ ਹਾਮੀ ਹੈ ਜਿਹੜੀ ਉਹ ਵੇਦ ਸ਼ਾਸਤਰ ਵੀ ਦਿੰਦੇ ਨੇ। ਹੁਣ ਇਹਨੂੰ ਹਰੀਚੰਦਰ ਨੂੰ ਜਦੋਂ ਹੰਕਾਰ ਹੋ ਗਿਆ, ਨਾ ਉੱਪਰ ਰਹੀ ਤੇ ਨਾ ਥੱਲੇ ਰਹੀ, ਹੁਣ ਇਹ ਕਿਸੇ ਪਾਸੇ ਵੀ ਨਹੀਂ ਰਹੀ। ਇਸ ਤਰ੍ਹਾਂ ਇਹ ਕਲਪੀ ਹੋਈ ਇੱਕ ਨਗਰੀ ਏ। ਹਰ ਚੰਦੌਰੀ ਬਨ ਹਰ ਪਾਤ ਰੇ। हे ਗੁਰਮੁਖ ਪਿਆਰਿਆ, ਜਿਵੇਂ ਹਰ ਚੰਦੌਰੀ ਇਹ ਨਗਰੀ ਏ ਨਾ, ਇਹ ਅੱਧ ਵਿਚਾਲੇ ਲਟਕ ਰਹੀ ਏ। ਬਨ ਕਹਿੰਦੇ ਨੇ ਜੰਗਲ ਨੂੰ, ਬਨ ਹਰ ਪਾਤ ਰੇ, ਤੇ ਜੰਗਲ ਦੇ ਜਿਹੜੇ ਪੱਤੇ ਨੇ ਨਾ ਉਹ ਜਿਵੇਂ ਬੇਕਦਰੇ ਹੁੰਦੇ ਨੇ ਨਾ, ਇਹ ਤੁਹਾਰੋ ਬੀਤ, ਇਸ ਤਰ੍ਹਾਂ ਤੂੰ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹੈ। ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ, ਰਾਓ ਵਾਲੀਆਂ ਤੁਕਾਂ ਦੇ ਵਿੱਚ ਸਾਨੂੰ ਸੰਦੇਸ਼ ਬਖਸ਼ਿਸ਼ ਕੀਤਾ ਹੈ। ਮਾਇਆ ਮੋਹ ਭੁੱਲੋ ਅਵਰੈ ਹੀਤ। ਮਾਇਆ ਦੇ ਮੋਹ ਦੇ ਵਿੱਚ ਅਸੀਂ ਭੁੱਲੇ ਬੈਠੇ ਹਾਂ, ਤੇ ਉਸ ਪਰਮਾਤਮਾ ਵਾਹਿਗੁਰੂ ਨੂੰ ਛੱਡ ਕੇ ਨਾਮ ਜਪਣਾ, ਸਿਮਰਨ ਕਰਨਾ, ਭਜਨ ਬੰਦਗੀ ਕਰਨੀ, ਇਹਨੂੰ ਛੱਡ ਕੇ ਅਵਰੇ ਹੀਤ ਤੇ ਹੋਰ ਪਾਸੇ ਸਾਡਾ ਪ੍ਰੇਮ ਹੈ ਜਿਹੜਾ ਉਹ ਬਣਿਆ ਹੋਇਆ ਹੈ। ਹਰ ਚੰਦੌਰੀ ਸਾਡੀ ਹਾਲਤ ਕਿਸ ਤਰ੍ਹਾਂ ਦੀ ਹੋਈ ਏ? ਹਰੀਚੰਦਰ ਰਾਜੇ ਦੀ ਨਗਰੀ ਵਰਗੀ। ਬਨਹਰ ਪਾਤ ਤੇ ਜਿਵੇਂ ਜੰਗਲ ਦੇ ਪੱਤੇ ਹੁੰਦੇ ਨੇ, ਇਹ ਤੁਹਾਰੋ ਬੀਤ। ਬੀਤ ਦਾ ਅਰਥ ਹੈ ਬਤੀਤ ਕਰਨਾ, ਬੀਤ ਜਾਣਾ, ਗੁਜ਼ਰ ਜਾਣਾ। ਇਸ ਤਰ੍ਹਾਂ ਭਾਈ ਸਾਡੀ ਉਮਰ ਜਿਹੜੀ ਇਹ ਗੁਜ਼ਰ ਗਈ ਹੈ ਜੀ। ਰਹਾਉ ਚੰਦਨ ਲੇਪ ਹੋਤ ਦੇਹ ਕਉ, ਸੁਖ ਵਰਦਬ ਭਸਮ ਸੰਗੀਤ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ, ਸਾਨੂੰ ਇੱਕ ਸਿਧਾਂਤ ਦਿੰਦੇ ਨੇ, ਇੱਕ ਨੁਕਤਾ ਦੇ ਕੇ ਨਾ ਉਹਦੇ ਨਾਲ ਸਮਝਾਣਾ ਕਰਦੇ ਨੇ। ਚੰਦਨ ਲੇਪ ਹੋਤ ਦੇਹ ਕਉ, ਗਧਾ ਜਿਹੜਾ ਉਹਦੇ ਸਰੀਰ ਨੂੰ ਕੋਈ ਗੁਰਮੁਖ ਪਿਆਰਾ ਨਵਾ ਧਵਾ ਕੇ ਨਾ ਚੰਦਨ ਦਾ ਲੇਪ ਕਰ ਰਹੀ ਹੈ। ਤੇ ਹੁਣ ਚੰਦਨ ਦਾ ਜਦੋਂ ਲੇਪ ਕਰ ਰਹੀ ਹੈ ਨਾ, ਤੇ ਉਹਨੂੰ ਇਹ ਚੰਗਾ ਨਹੀਂ ਲੱਗਦਾ। ਸੁਖ ਗਰਦਬ ਭਸਮ ਸੰਗੀਤ, ਜਿਹੜਾ ਗਧਾ ਹੈ ਨਾ ਉਹ ਇਹ ਚਾਹੁੰਦਾ ਵੀ ਇਹ ਮੈਨੂੰ ਛੱਡੇ ਤੇ ਮੈਂ ਛੇਤੀ ਦੇ ਨੇ ਜਾ ਕੇ ਨਾ ਜਿਹੜੀਆਂ ਬਾਹਰ ਰੂੜੀਆਂ ਨੇ ਨਾ ਉਹਨਾਂ ਤੇ ਜਿਹੜੀ ਸੁਆਹ ਹੈ, ਭਸਮ ਦਾ ਅਰਥ ਸੁਆਹ ਹੁੰਦਾ ਹੈ, ਜਿਹੜੀ ਬਾਹਰ ਸੁਆਹ ਹੈ, ਜਿਹੜੀ ਬਾਹਰ ਰੂੜੀ ਹੈ ਨਾ ਉਹਦੇ ਤੇ ਜਾ ਕੇ ਮੈਂ ਲੇਟਣਾ ਕਰਾਂ। ਮੈਂ ਇੱਕ ਵਾਰੀ ਫਿਰ ਥੋੜੀ ਜੀ ਮਿਹਨਤ ਕਰਾਂਗਾ ਤਾਂ ਕਿ ਪਾਵਨ ਸ਼ਬਦ ਦੀ ਸਾਨੂੰ ਸਮਝ ਆ ਜਾਵੇ। ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਕਹਿਣਾ ਕੀ ਚਾਹੁੰਦੇ ਨੇ? ਧੰਨ ਗੁਰਬਾਣੀ ਦੇ ਨਾਲ ਗੁਰੂ ਜੀ ਸਾਨੂੰ ਸੰਦੇਸ਼ ਕੀ ਬਖਸ਼ਿਸ਼ ਕਰਦੇ ਨੇ? ਜਿਹੇ ਕਰਨੀ ਹੋਵੈ ਸ਼ਰਮਿੰਦਾ, ਇਹ ਕਮਾਣੀ ਰੀਤ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਵੀ ਇਸ ਤਰ੍ਹਾਂ ਦੇ ਅਸੀਂ ਕੰਮ ਕਰਦੇ ਹਾਂ ਜਿਨ੍ਹਾਂ ਕੰਮਾਂ ਦੇ ਨਾਲ ਸਾਨੂੰ ਸਮਾਜ ਦੇ ਵਿੱਚ ਸ਼ਰਮਿੰਦਾ ਹੋਣਾ ਪੈਂਦਾ, ਸ਼ਰਮਿੰਦਗੀ ਮਿਲਦੀ ਏ। ਇਹ ਕਮਾਣੀ ਰੀਤ, ਇਹ ਕੰਮ ਹੈ ਜਿਹੜਾ ਇਹ ਅਸੀਂ ਵਾਰੀ-ਵਾਰੀ, ਕਮਾਣੀ ਦਾ ਅਰਥ ਹੁੰਦਾ ਕਮਾਈ ਕਰਨੀ, ਇਹ ਕੰਮ ਨੂੰ ਅਸੀਂ ਵਾਰੀ-ਵਾਰੀ ਕਮਾਈ ਬਣਾ ਕੇ ਤੇ ਕਮਾਉਂਦੇ ਰਹਿੰਦੇ ਆ, ਇਹਨੂੰ ਨਹੀਂ ਛੱਡਦੇ। ਸੰਤ ਕੀ ਨਿੰਦਾ ਸਾਕਤ ਕੀ ਪੂਜਾ, ਐਸੀ ਦ੍ਰਿੜੀ ਵਿਪਰੀਤ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਮਾਜ ਦੇ ਕੁਝ ਕੰਮ ਨੇ ਉਹ ਸਮਾਜ ਨੂੰ ਨਹੀਂ ਚੰਗੇ ਲੱਗਦੇ ਤੇ ਨਾ ਚੰਗੇ ਲੱਗਣ, ਪਰ ਉਹ ਪਰਮਾਤਮਾ ਨੂੰ ਤਾਂ ਚੰਗੇ ਲੱਗਦੇ ਨੇ ਨਾ। ਪਰ ਇਸ ਦੇ ਨਾਲ ਹੀ ਕੁਝ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਸਮਾਜ ਨੂੰ ਵੀ ਸ਼ਰਮਿੰਦਗੀ ਦੇਣ ਦੇ ਲਈ ਮਜਬੂਰ ਕਰ ਦਿੰਦੇ ਨੇ। ਤੇ ਅੱਗੇ ਜਦੋਂ ਅਸੀਂ ਦਰਗਾਹ ਦੇ ਵਿੱਚ ਜਾਂਦੇ ਆ ਨਾ, ਉੱਥੇ ਵੀ ਸਾਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਹੈ ਕਿਹੜੀ ਗੱਲ? ਸੰਤ ਕੀ ਨਿੰਦਾ, ਜਿਹੜੇ ਸੰਤ ਮਹਾਤਮਾ ਨੇ ਉਹਨਾਂ ਦੀ ਅਸੀਂ ਨਿੰਦਿਆ ਕਰਦੇ ਹਾਂ। ਸਾਕਤ ਕੀ ਪੂਜਾ, ਤੇ ਜਿਹੜਾ ਸਮਾਜ ਦੇ ਵਿੱਚ ਗੰਦਗੀ ਫੈਲਾਉਣ ਵਾਲਾ ਨਾਸਤਕ ਹੈ ਉਹਦੀ ਅਸੀਂ ਪੂਜਾ ਕਰਨ ਲੱਗ ਜਾਂਦੇ, ਉਹਨੂੰ ਸਤਿਕਾਰ ਦੇਣ ਲੱਗ ਜਾਂਦੇ ਹਾਂ। ਐਸੀ ਦ੍ਰਿੜੀ ਵਿਪਰੀਤ, ਵਿਪਰੀਤ ਦਾ ਇਹ ਇੱਕ ਇਸ ਤਰ੍ਹਾਂ ਦੀ ਬੇਸਬਰੀ ਬੇਉਲਟੀ ਗੱਲ ਏ ਜਿੰਦੇ ਵਿੱਚ ਅਸੀਂ ਬਿਲਕੁਲ ਪੱਕੇ ਹੋਏ ਆ। ਮਾਇਆ ਮੋਹ ਭੁੱਲੋ ਅਵਰੈ ਹੀਤ, ਇਹ ਸਾਡੇ ਅੰਦਰ ਜਿਹੜਾ ਭੁਲੇਖਾ ਪਾਇਆ ਹੈ, ਇਹ ਤ੍ਰਿਗੁਣਾਤਮਕ ਮਾਇਆ ਨੇ ਸਾਡੇ ਅੰਦਰ ਭੁਲੇਖਾ ਪਾਇਆ ਹੋਇਆ, ਸਾਨੂੰ ਸਮਝ ਨਹੀਂ ਆਉਣ ਦਿੰਦੀ, ਜਿਸ ਕਰਕੇ ਅਸੀਂ ਇੱਕ ਓੰਕਾਰ ਨੂੰ ਛੱਡ ਕੇ ਤੇ ਦੁਵੈਤ ਵਾਲੇ ਪਾਸੇ ਹੋਰ ਪਾਸੇ ਨਾ ਅਸੀਂ ਪ੍ਰੀਤ ਲਾਈ ਬੈਠੇ ਆ। ਅੱਗੇ ਧੰਨ ਗੁਰੂ ਜੀ ਹੋਤ ਦੇਹ ਕੋ, ਹੁਣ ਗਧਾ ਜਿਹੜਾ, ਗਧੇ ਨੂੰ ਕੋਈ ਚੰਦਨ ਦਾ ਲੇਪ ਕਰੇ ਪਰ ਗਧੇ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ, ਉਹਨੂੰ ਉਹਦੇ ਨਾਲ ਸਕੂਨ ਨਹੀਂ ਮਿਲਦਾ। ਉਹਨੂੰ ਸੁੱਖ ਕਿੱਥੋਂ ਮਿਲਦਾ ਹੈ? ਸੁੱਖ ਗਰਦਪ, ਉਹ ਗਧਾ ਹੈ, ਉਹਨੂੰ ਸੁੱਖ ਕਿੱਥੋਂ ਮਿਲਦਾ ਹੈ? ਭਸਮ ਸੰਗੀਤ, ਉਹਨੂੰ ਤਾਂ ਭਾਈ ਜੇ ਆਪਾਂ ਛੱਡਾਂਗੇ ਤੇ ਉਹ ਜਾ ਕੇ ਨਾ ਰੂੜੀਆਂ ਤੇ ਲੇਟੇਗਾ ਤੇ ਉੱਥੇ ਜਾ ਕੇ ਉਹਨੂੰ ਸੁੱਖ ਮਿਲੇਗਾ।
ਉਸੇ ਤਰ੍ਹਾਂ ਸਾਡਾ ਜਿਹੜਾ ਜੀਵਨ ਹੈ, ਇੱਥੇ ਜੇ ਕੋਈ ਸਾਨੂੰ ਧੰਨ ਗੁਰਬਾਣੀ ਦੇ ਨਾਲ ਜੋੜਨਾ ਚਾਹਵੇ, ਸਾਨੂੰ ਕੋਈ ਸੇਵਾ ਗੁਰੂ ਘਰ ਦੀ ਦੇ ਨਾਲ ਜੋੜਨਾ ਚਾਹਵੇ, ਕੋਈ ਚੰਗੇ ਮਾਰਗ ਤੇ ਤੋਰਨਾ ਚਾਹਵੇ ਨਾ, ਅਸੀਂ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਆ, ਉਹਦਾ ਸਾਥ ਨਹੀਂ ਦਿੰਦੇ, ਉਹਦੀ ਬਰਿਆਈ ਸ਼ੁਰੂ ਕਰ ਦਿੰਦੇ ਆ। ਤੇ ਜੇ ਕਿਤੇ ਇਸ ਤਰ੍ਹਾਂ ਦੇ ਪ੍ਰਾਣੀ ਦੇ ਨਾਲ ਕੋਈ ਸਾਨੂੰ 15-20 ਮਿੰਟ ਕੋਈ ਗੱਲਬਾਤ ਕਰਨ ਦਾ ਸਮਾਂ ਮਿਲੇ ਨਾ, ਫਿਰ ਅਸੀਂ ਗਧੇ ਵਾਂਗੂ ਛਡਾ ਕੇ ਭੱਜਦੇ ਆ। ਵਾਰੀ ਆਖਦੇ ਚੰਗਾ ਬਾਬਾ ਜੀ ਮੈਨੂੰ ਕੰਮ 'ਤੇ ਜਾਣਾ ਹੈ, ਅੱਜ ਇੰਨੀ ਕੁ ਸੰਥਿਆ ਬੜੀ ਏ, ਅੱਜ ਇੰਨਾ ਕੁ ਕੀਰਤਨ, ਭਸਮ ਸੰਗੀਤ, ਉਹਨੂੰ ਭਸਮ ਦੇ ਨਾਲ ਸੁੱਖ ਮਿਲਦਾ ਹੈ, ਉਹਨੂੰ ਗੁਰਬਾਣੀ ਥੋੜਾ ਚੰਗੀ ਲੱਗਦੀ ਏ। ਗੁਰਬਾਣੀ ਤਾਂ ਉਹਨੂੰ ਇਸ ਤਰ੍ਹਾਂ ਜਿਵੇਂ ਗਧੇ ਨੂੰ ਚੰਦਨ ਲਾ ਰਹੇ ਹਾਂ ਜੀ। ਅੰਮ੍ਰਿਤ ਸੰਗ ਨਾਹਿ ਰੁਚ ਆਵਤ ਬਿਖੈ ਠਗੌਰੀ ਪ੍ਰੀਤ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਧੰਨ ਗੁਰੂ ਮਹਾਰਾਜ ਜੀ ਦੀਆਂ ਪਾਵਨ ਕਥਾਵਾਂ, ਪਾਵਨ ਗੁਰਬਾਣੀ, ਉਸ ਪ੍ਰਭੂ ਪਰਮਾਤਮਾ ਦੀ ਸੰਗਤ ਨਾਮ ਇਹ ਅੰਮ੍ਰਿਤ ਹੈ। ਅੰਮ੍ਰਿਤ ਸੰਗ ਨਾਹਿ ਰੁਚ ਆਵਤ, ਇੱਥੇ ਸਾਡਾ ਮਨ ਨੂੰ ਰੁਚੀ ਨਹੀਂ ਬਣਦੀ। ਰੁਚ ਦਾ ਅਰਥ ਹੁੰਦਾ ਮਨ ਦੀ ਰੁਚੀ ਬਣਨੀ। ਨਾ ਜਿਹੜਾ ਜਿੱਥੇ ਇਹਦੀ ਰੁਚੀ ਹੋਵੇ ਨਾ, ਉੱਥੇ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਸਮਾਂ ਕਦੋਂ ਗੁਜ਼ਰ ਗਿਆ ਹੈ। ਸਵੇਰ ਤੋਂ ਬੈਠਾ ਤੇ ਸ਼ਾਮ ਵੀ ਹੋ ਜਾਵੇ ਨਾ, ਕਿਉਂਕਿ ਮਨ ਦੀ ਰੁਚੀ ਬਣ ਗਈ, ਮਨ ਉਹਦੇ ਵਿੱਚ ਰੁੱਝ ਗਿਆ ਏ, ਮਨ ਉਹਦੇ ਵਿੱਚ ਇੱਕਮਿਕ ਹੋ ਗਿਆ। ਮਨ ਨੂੰ ਉੱਥੇ ਪਤਾ ਨਹੀਂ ਲੱਗਿਆ ਵੀ ਹੁਣ ਕਿੰਨਾ ਕੁ ਸਮਾਂ ਹੋ ਗਿਆ। ਇਸ ਤਰ੍ਹਾਂ ਭਾਈ ਉਹਨਾਂ ਦਾ ਅਸੀਂ ਸੰਗ ਕਰਦੇ ਹਾਂ। ਵਿਖੇ ਠਗੌਰੀ ਪ੍ਰੀਤ, ਕਿਉਂਕਿ ਸਾਡੀ ਜਿਹੜੀ ਪ੍ਰੀਤ ਹੈ ਨਾ, ਮਨ ਦੀ ਜਿਹੜੀ ਰੁਚੀ ਵਿਖੇ ਵਿਕਾਰਾਂ ਦੇ ਵਿਯੋਗ ਦੋਏ ਕਾਰ ਚਲਾਵ ਹੈ। ਸੰਸਾਰ ਦੀ ਕਾਰ ਹੈ ਨਾ ਜਿਹੜੀ, ਇਹ ਦੋ ਚੀਜ਼ਾਂ ਦੇ ਨਾਲ ਚੱਲ ਰਹੀ ਹੈ, ਇੱਕ ਸੰਯੋਗ ਤੇ ਇੱਕ ਵਿਯੋਗ। ਪੁਰਾਣੇ ਜਿਹੜੇ ਨੇ ਉਹਨਾਂ ਦਾ ਵਿਯੋਗ ਹੁੰਦਾ ਜਾਂਦਾ ਹੈ, ਵਿਛੜਦੇ ਜਾਂਦੇ ਨੇ, ਤੇ ਨਵੇਂ ਬੱਚੇ ਅੱਗੋਂ ਜਨਮ ਲੈ ਕੇ ਤੇ ਫਿਰ ਉਹਨਾਂ ਦੇ ਨਾਲ ਆਪਾਂ ਜੁੜਦੇ ਜਾਂਦੇ ਆ। ਵੇਖਦੇ ਆ ਨਾ ਸਾਡੇ ਦਾਦੇ ਪੜਦਾਦੇ ਦੀਆਂ ਜਿਹੜੀਆਂ ਭੂਆ ਮਾਸੀਆਂ ਸੀ, ਅੱਜ ਸਾਨੂੰ ਯਾਦ ਚੇਤੇ ਵੀ ਨਹੀਂ ਹੈਗੀਆਂ। ਤੇ ਸਾਡੇ ਨਵੇਂ ਪਰਿਵਾਰ ਜਿਹੜੇ ਅੱਗੇ ਆਏ ਨੇ, ਉਹਨਾਂ ਦੇ ਨਾਨਕੇ, ਉਹਨਾਂ ਦੀਆਂ ਮਾਸੀਆਂ, ਚਾਚੀਆਂ, ਤਾਈਆਂ ਨੇ ਜਿਹੜੀਆਂ, ਉਹਨਾਂ ਦੇ ਸਾਨੂੰ ਨਾਂ ਯਾਦ ਨੇ। ਉਧਰ ਅਸੀਂ ਉਹਨਾਂ ਨੂੰ ਭੁੱਲ ਕੇ ਤੇ ਉਹਨਾਂ ਨਾਲ ਜੁੜ ਗਏ ਆ। ਇਹ ਕਿਰਿਆ ਅੱਗੇ ਤੋਂ ਅੱਗੇ ਹੁੰਦੀ ਰਹਿੰਦੀ ਹੈ। ਹੁਣ ਇੱਥੇ ਗੁਰੂ ਮਹਾਰਾਜ ਜੀ ਇਹ ਸਾਨੂੰ ਇਹ ਦੱਸਦੇ ਨੇ, ਉੱਤਮ ਸੰਤ, ਜਿਹੜੇ ਉੱਤਮ ਕੁਆਲਿਟੀ ਦੇ ਸੰਤ ਮਹਾਂਪੁਰਸ਼ ਨੇ, ਭਲੇ ਸੰਜੋਗੀ, ਉਹਨਾਂ ਦਾ ਜਦੋਂ ਕਿਤੇ ਸੰਜੋਗ ਹੁੰਦਾ ਨਾ, ਤੇ ਸਾਡੇ ਭਲੇ ਕਰਮ ਕੀਤੇ ਹੁੰਦੇ ਨੇ ਤਾਂ ਉਹਨਾਂ ਦਾ ਸੰਜੋਗ ਮਿਲਦਾ, ਨਹੀਂ ਤਾਂ ਉਹਨਾਂ ਦਾ ਸੰਜੋਗ ਵੀ ਨਹੀਂ ਮਿਲਦਾ। ਇਸ ਯੁੱਗ ਮਹਿ, ਇਹ ਜਿਹੜਾ ਯੁੱਗ ਹੁਣ ਚੱਲ ਰਿਹਾ ਨਾ, ਜਿਹੜਾ ਹੁਣ ਸਮਾਂ ਚੱਲ ਰਿਹਾ ਹੈ, ਇਸ ਸਮੇਂ ਦੇ ਵਿੱਚ ਜੇ ਕੋਈ ਸੰਤ ਮਹਾਂਪੁਰਸ਼ ਦਾ ਸੰਜੋਗ ਹੋ ਜੇ, ਸਾਨੂੰ ਮੇਲ ਮਿਲਾਪ ਹੋ ਜੇ, ਤੇ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ, ਭਲੇ ਕਰਮਾਂ ਵਾਲੇ ਗਿਣਨਾ ਕਰੀਏ। ਪਵਿੱਤ ਪੁਨੀਤ, ਉਹਨਾਂ ਦੇ ਨਾਲ ਰਹਿ ਕੇ ਅਸੀਂ ਪਵਿੱਤਰ ਤੋਂ ਪਵਿੱਤਰ ਹੋ ਜਾਂਦੇ ਹਾਂ ਜੀ। ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦ ਰਹਿ ਜੀਤ। ਤੇ ਅੱਗੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਇਹਨਾਂ ਉੱਤਮ ਸੰਤਾਂ ਤੋਂ ਅਸੀਂ ਲਾਹਾ ਨਹੀਂ ਖੱਟਿਆ ਤੇ ਫਿਰ ਜਾਤ ਅਕਾਰਥ, ਅਕਾਰਥ ਦਾ ਅਰਥ ਹੁੰਦਾ ਵਿਅਰਥ ਦੇ ਵਿੱਚ ਗੁਜ਼ਰ ਜਾਣਾ, ਜਨਮ। ਜਾਤ ਅਕਾਰਥ ਜਨਮ ਪਦਾਰਥ, ਇਹ ਜਨਮ ਪਦਾਰਥ ਸਾਨੂੰ ਮਿਲਿਆ ਤੇ ਇਹ ਵਿਅਰਥ ਦੇ ਵਿੱਚ ਗੁਜ਼ਰ ਜਾਣਾ ਹੈ। ਕਿਵੇਂ ਗੁਜ਼ਰ ਜਾਣਾ ਹੈ? ਕਾਚ ਬਾਦਰੇ ਜੀਤ, ਜਿਵੇਂ ਕੱਚ ਦੇ ਬਦਲੇ ਨਾ ਕੋਈ ਆਪਣੀ ਜਿੱਤੀ ਹੋਈ ਬਾਜੀ ਨੂੰ ਹਾਰ ਜਾਵੇ। ਕੋਈ ਬਾਜੀ ਜਿੱਤੀ ਉਹਨੇ ਤੇ ਜਿੱਤੀ ਹੋਈ ਬਾਜੀ ਨੂੰ ਕੱਚ ਦੇ ਬਦਲੇ ਉਹ ਪੁਰਾਣੀ ਹਾਰ ਦੇਵੇ, ਤੇ ਹੁਣ ਕੱਚ ਦਾ ਕੀ ਕਰੇਗਾ? ਕੱਚ ਤੇ ਕੀ ਇਤਬਾਰ, ਕਦੋਂ ਟੁੱਟ ਜਾਣਾ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉੱਤਮ ਸੰਤ ਭਲੇ ਸੰਜੋਗੀ, ਭਲੇ ਸੰਜੋਗਾਂ ਦੇ ਨਾਲ ਉੱਤਮ ਸੰਤਾਂ ਦਾ ਜਿਹੜਾ ਹੈ ਉਹ ਮੇਲ ਮਿਲਾਪ ਹੋਇਆ। ਇਸ ਯੁੱਗ ਇਸ ਕਲਯੁੱਗ ਦੇ ਅੰਦਰ ਪਵਿੱਤ ਪੁਨੀਤ, ਉਹ ਪਵਿੱਤਰ ਤੋਂ ਪਵਿੱਤਰ ਨੇ ਤੇ ਉਹਨਾਂ ਦੀ ਸੰਗਤ ਦੇ ਨਾਲ ਪਵਿੱਤਰਤਾ ਹੀ ਮਿਲਦੀ ਏ। ਪਰ ਅਸੀਂ ਉਧਰ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਕਿਉਂਕਿ ਸਾਡੀ ਬਿਰਤੀ ਹੈ ਜਿਹੜੀ ਉਹ ਗਧਿਆਂ ਵਾਲੀ ਏ। ਜਿਵੇਂ ਗਧੇ ਨੂੰ ਕੋਈ ਚੰਦਨ ਦਾ ਲੇਪ ਕਰਦਾ ਤੇ ਗਧਾ ਬੜਾ ਦੁਖੀ ਹੁੰਦਾ ਵੀ ਮੈਨੂੰ ਚੰਦਨ ਦਾ ਲੇਪ ਕਰ ਰਿਹਾ, ਨਵਾ ਰਿਹਾ ਹੈ, ਜੇ ਕਿਤੇ ਛੱਡੇ ਤੇ ਮੈਂ ਬਾਹਰ ਜਾ ਕੇ ਰੂੜੀ ਤੇ ਲੇਟਾਂ। ਜਾਤ ਅਕਾਰਥ ਜਨਮ ਪਦਾਰਥ, ਜਿਸ ਦੇ ਨਾਲ ਇਹ ਜਨਮ ਪਦਾਰਥ ਹੈ ਜਿਹੜਾ ਇਹ ਵਿਅਰਥ ਦੇ ਵਿੱਚ ਜਾ ਰਿਹਾ ਹੈ। ਕਾਚ ਬਾਦਰੇ ਜੀਤ, ਇਹ ਮਨੁੱਖਾ ਜੀਵਨ ਹੈ ਨਾ ਜਿਹੜਾ ਇੱਕ ਜਿੱਤੇ 84 ਲੱਖ ਜੂਨਾਂ ਦੇ ਵਿੱਚੋਂ ਇਹ ਮਨੁੱਖਾ ਜੀਵਨ ਸਾਨੂੰ ਮਿਲ ਜੇ ਤੇ ਇਹ ਵੀ ਇੱਕ ਜਿੱਤੇ। ਕਾਚ ਬਾਦਰੇ ਜੀਤ, ਪਰ ਇਹ ਜਿੱਤੀ ਹੋਈ ਬਾਜੀ ਹੈ ਨਾ ਜਿਹੜੀ, ਅਸੀਂ ਵੇਖੋ ਵਿਕਾਰਾਂ ਰੂਪੀ ਕੱਚ ਦੇ ਬਦਲੇ ਹਾਰ ਰਹੇ ਹਾਂ ਜੀ।
ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਮ੍ਰਿਤ ਨੇਤਰ ਦੀਤ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਨਮਾਂ ਜਨਮਾਂਤਰਾਂ ਦੇ ਸਾਨੂੰ ਬੜੇ ਪਾਪ ਲੱਗੇ ਨੇ। ਉਹ ਤਰ੍ਹਾਂ ਗੁਰੂ ਦੇ ਗਿਆਨ ਦੇ ਨਾਲ ਜਦੋਂ ਗੁਰੂ ਨੇ ਕਿਰਪਾ ਕੀਤੀ, ਗਿਆਨ ਰੂਪੀ ਸੁਰਮਾ, ਗਿਆਨ ਰੂਪੀ ਦਵਾਈ ਦਿੱਤੀ ਹੈ ਨਾ, ਹਿਰਦੇ ਰੂਪੀ ਨੇਤਰਾਂ ਦੇ ਵਿੱਚ ਜਦੋਂ ਪਈਏ ਤੇ ਫਿਰ ਭਾਈ ਇਹ ਪਾਪ ਤੇ ਦੁੱਖ ਨਾਸ ਹੁੰਦੇ ਹਨ ਜੀ। ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ। ਤੇ ਅੱਗੇ ਗੁਰੂ ਮਹਾਰਾਜ ਨੇ ਅੰਤ ਕਰਦੇ ਨੇ, ਜਦੋਂ ਸਾਧ ਸੰਗ, ਜਦੋਂ ਸਾਧੇ ਹੋਏ ਮਨ ਵਾਲੇ ਗੁਰਮੁਖ ਪਿਆਰੇ ਦੀ ਸੰਗਤ ਕੀਤੀ ਹੈ, ਕਿਸੇ ਸਾਧੂ ਦੀ ਸਾਡੀ ਪ੍ਰੀਤ ਹੋ ਜਾਵੇ ਤੇ ਫਿਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਹਨ ਜੀ। ਧਨਾਸਰੀ ਮਹੱਲਾ ਪੰਜਵਾ। ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ। ਧੰਨ ਗੁਰੂ ਜੀ ਨੇ ਜਿਵੇਂ ਪਿਛਲੇ ਸ਼ਬਦ ਦੇ ਵਿੱਚ ਸਾਨੂੰ ਇਹ ਦੱਸਿਆ ਵੀ ਜਿਹੜਾ ਸਾਖਤ ਮਨੁੱਖ ਹੈ ਉਸ ਦੇ ਅੰਦਰ ਦੀ ਜਿਹੜੀ ਸੁਰਤੀ ਬਿਰਤੀ ਹੈ ਨਾ ਉਹ ਵਿਪਰੀਤ ਹੁੰਦੀ ਹੈ। ਤੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਸਾਨੂੰ ਪ੍ਰੇਰਨਾ ਦਿੰਦੇ ਨੇ ਵੀ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਗੁਰਸਿੱਖਾਂ, ਅਸੀਂ ਇਸ ਕਿਰਿਆ ਦੇ ਵਿੱਚ ਨਹੀਂ ਜਾਣਾ। ਅਸੀਂ ਕਰਨਾ ਕੀ ਹੈ ਫਿਰ? ਪਾਣੀ ਪੱਖਾ ਪੀਸੋ ਸੰਤ ਆਗੇ, ਇਹ ਸੇਵਾ ਹੈ ਜਿਹੜੀ ਅਸੀਂ ਆਪਣੇ ਜੀਵਨ ਦੇ ਵਿੱਚ ਕਮਾਉਣੀ ਹੈ। ਗੁਣ ਗੋਬਿੰਦ ਜਸ ਗਾਈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੇ ਜਿਹੜੇ ਉਹ ਗਾਉਂਦੇ ਰਹਿਣੇ ਹਨ ਜੀ। ਸਾਸ ਸਾਸ ਮਨ ਨਾਮ ਸੰਭਾਲੈ ਇਹੋ ਵਿਸਰਾਮ ਨਿਧ ਪਾਈ। ਹਰ ਇੱਕ ਸਵਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ ਰਵੇ ਤੇ ਇਸ ਦੇ ਨਾਲ ਮਨ ਦੀ ਇਕਾਗਰਤਾ ਹੀ ਜਿਹੜੀ ਹੈ ਇਹ ਦਾਤ ਮਿਲਦੀ ਹੈ। ਮੇਰੇ ਸਾਈ ਇਹ ਮੇਰੇ ਵਾਹਿਗੁਰੂ ਜੀ ਤੁਸੀਂ ਆਪ ਹੀ ਕਿਰਪਾ ਕਰਕੇ ਰਹਿਮਤ ਕਰਕੇ ਇਸ ਗੁਣ ਦੀ ਦਾਤ ਬਖਸ਼ੋ ਜੀ। ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ। ਇਸ ਤਰ੍ਹਾਂ ਦੀ ਮਤ ਬੁੱਧੀ ਸਾਨੂੰ ਬਖਸ਼ਿਸ਼ ਕਰੋ ਕਿ ਅਸੀਂ ਸਦੀਵੀ ਆਪ ਜੀ ਦੇ ਨਾਮ ਨੂੰ ਜਪਦੇ ਰਹੀਏ ਜੀ। ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਭਰਮਾਈ। ਵਿਸ਼ਰਾਮ ਲਾ ਕੇ ਧੰਨ ਗੁਰੂ ਜੀ ਰਹਿਮਤ ਕਰ, ਤੁਹਾਡੀ ਕਿਰਪਾ ਦੇ ਨਾਲ ਮੋਹ ਤੇ ਹੰਕਾਰ ਹੈ ਨਾ ਜਿਹੜਾ ਇਹ ਸਾਡੇ ਅੰਦਰੋਂ ਦੂਰ ਹੋ ਜਾਵੇ, ਛੁੱਟ ਜਾਵੇ। ਬਿਨਸ ਜਾਏ ਭਰਮਾਈ, ਤੇ ਜਿਹੜੇ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਆ ਇਹ ਵੀ ਨਾਸ ਹੋ ਜਾਵੇ ਜੀ। ਅਨੰਦ ਰੂਪ ਰਵਿਓ ਸਭ ਮਧੇ ਜਾਤ ਕਤ ਪੇਖੋ ਜਾਈ। ਤੇ ਆਪ ਜੀ ਦਾ ਜੋ ਆਨੰਦ ਸਰੂਪ ਹੈ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ। ਆਪ ਜੀ ਦੀ ਰਹਿਮਤ ਕਿਰਪਾ ਹੋਵੇ, ਜਿੱਥੇ ਵੀ ਮੈਂ ਵੇਖ ਨਾ ਕਰਾਂ ਉਥੇ ਆਪ ਜੀ ਦਾ ਸਰੂਪ ਹੀ ਦਿਸੇ ਜੀ। ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ। ਤੁਸੀਂ ਦਿਆਲੂ ਹੋ, ਕਿਰਪਾਲੂ ਹੋ ਤੇ ਕਿਰਪਾ ਦੇ ਖਜ਼ਾਨੇ ਹੋ। ਹੇ ਸੱਚੇ ਸਤਿਗੁਰੂ ਜੀ, ਪਤਿਤ ਪਾਵਨ ਤੇ ਆਪ ਜੀ ਦਾ ਸੁਭਾਅ ਹੈ, ਆਪ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ। ਹੇ ਮੇਰੇ ਮਾਲਕ ਜੀਓ, ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ। ਆਪ ਕਿਰਪਾ ਕਰੋ ਜੇ ਥੋੜਾ ਸਮਾਂ ਵੀ ਅਸੀਂ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਆਖ ਨਾ ਕਰੀਏ ਨਾ। ਮੁਖ ਤੇ ਨਿਮਖ ਬੁਲਾਈ, ਬੁਲਾਈ ਦਾ ਅਰਥ ਹੁੰਦਾ ਬੁਲਾਣਾ ਕਰੇ। ਹੇ ਵਾਹਿਗੁਰੂ, ਜੇ ਤੂੰ ਸਾਡੇ ਤੇ ਕਿਰਪਾ ਕਰਦੇ ਨਾ, ਥੋੜਾ ਜਿਹਾ ਵੀ ਸਾਡੇ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਸਾਨੂੰ ਆਖਣਾ ਆ ਜਾਵੇ, ਸਾਨੂੰ ਬੋਲਣਾ ਆ ਜਾਵੇ। ਕੋਟ ਸੁਖ ਆਨੰਦ ਰਾਜ, ਤੇ ਆਪ ਜੀ ਦੀ ਇਤਨੀ ਅਪਾਰ ਬਖਸ਼ਿਸ਼ ਕਿਰਪਾ ਹੋਏਗੀ, ਕਰੋੜਾਂ ਪ੍ਰਕਾਰ ਦੇ ਸੁਖ ਤੇ ਆਨੰਦ ਤੇ ਇਹ ਜਿਹੜਾ ਅੰਦਰੀਵੀ ਮਨ ਦਾ ਰੱਜ ਜਾਣਾ ਇਹ ਪ੍ਰਾਪਤ ਹੋ ਜਾਏਗਾ ਜੀ। ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ। ਉਹ ਜਪ ਕੀਤਾ, ਉਹ ਤਪ ਕੀਤਾ ਤੇ ਉਹ ਭਗਤੀ ਕੀਤੀ ਪੂਰੀ ਹੁੰਦੀ ਹੈ ਜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੀ ਲੱਗੀ ਹੈ। ਜੋ ਪ੍ਰਭ ਕੇ ਮਨ ਭਾਈ, ਜੇ ਪ੍ਰਮਾਤਮਾ ਨੂੰ ਨਹੀਂ ਭਾਇਆ ਤੇ ਫਿਰ ਸਾਡਾ ਕੀਤਾ ਕੁਝ ਵੀ ਚੰਗਾ ਨਹੀਂ। ਜੋ ਪ੍ਰਭ ਕੈ ਮਨ ਭਾਈ, ਜਿਹੜੀ ਪ੍ਰਭੂ ਪਰਮਾਤਮਾ ਨੂੰ ਚੰਗੀ ਲੱਗਦੀ ਹੈ ਨਾ, ਉਹੀ ਜਪ ਕੀਤਾ, ਉਹੀ ਤਪ ਕੀਤਾ ਤੇ ਉਹੀ ਭਗਤੀ ਕੀਤੀ ਪੂਰੀ। ਹੁਣ ਇਹਨੂੰ ਸਮਝਣਾ ਪਏਗਾ ਵੀ ਪਰਮਾਤਮਾ ਨੂੰ ਕਿਹੜੀ ਚੀਜ਼ ਭਾਉਂਦੀ ਏ। ਪਰਮਾਤਮਾ ਨੂੰ ਭਾਉਂਦੀ ਏ ਜਿਵੇਂ ਸਾਨੂੰ ਉਸ ਪਰਮਾਤਮਾ ਨੇ ਸਿੱਖ ਧਰਮ ਦੇ ਵਿੱਚ ਜਨਮ ਦਿੱਤਾ ਨਾ, ਸਿੱਖ ਪਰਿਵਾਰਾਂ ਦੇ ਵਿੱਚ ਜਨਮ ਦਿੱਤਾ ਹੈ, ਤੇ ਘੱਟ ਤੋਂ ਘੱਟ ਸਾਨੂੰ ਇਹ ਸੋਚ ਲੈਣਾ ਚਾਹੀਦਾ ਵੀ ਉਹ ਵਾਹਿਗੁਰੂ ਇਹ ਚਾਹੁੰਦਾ ਵੀ ਅਸੀਂ ਸਿੱਖ ਧਰਮ ਦੇ ਵਿੱਚ ਪੱਕੇ ਰਹੀਏ। ਪਰ ਅਸੀਂ ਕੀ ਕਰਦੇ ਹਾਂ, ਆਪਣੇ ਧਰਮ ਦੇ ਵਿੱਚ ਹੁੰਦਿਆਂ ਹੋਇਆਂ ਵੀ ਆਪਣੇ ਧਰਮ ਦੇ ਧਾਰਨੀ ਨਹੀਂ ਹੁੰਦੇ। ਜਦੋਂ ਅਸੀਂ ਆਪਣੇ ਧਰਮ ਦੇ ਵਿੱਚ ਹੁੰਦਿਆਂ ਹੋਇਆਂ ਵੀ ਆਪਣੇ ਧਰਮ ਦੇ ਧਾਰਨੀ ਨਹੀਂ ਹੁੰਦੇ, ਆਪਣੇ ਗੁਰੂ ਨੂੰ ਨਹੀਂ ਮੰਨਦੇ, ਤੇ ਫਿਰ ਅਸੀਂ ਉਸ ਪਰਮਾਤਮਾ ਦੇ ਵੱਲੋਂ ਬੇਮੁਖਤਾਈ ਕਰਦੇ ਹਾਂ। ਜਿਵੇਂ ਕੋਈ ਚੰਗਾ ਮਾਤਾ ਪਿਤਾ ਹੋਵੇ ਨਾ,
ਉਹਨੂੰ ਪਤਾ ਹੁੰਦਾ ਵੀ ਮੇਰੇ ਵਿੱਚ ਕਿੰਨੀ ਕੁ ਕੰਪੈਸਿਟੀ ਏ, ਮੈਂ ਆਪਣੇ ਬੱਚੇ ਨੂੰ ਕਿਹੜੇ ਸਕੂਲ ਦੇ ਵਿੱਚ ਪੜ੍ਹਾ ਸਕਦਾ, ਤੇ ਉਹ ਫਿਰ ਉਸ ਤਰ੍ਹਾਂ ਦੇ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਐਡਮਿਸ਼ਨ ਦਿਵਾਉਂਦਾ ਹੈ। ਤੇ ਹੁਣ ਬੱਚਾ ਜਿਹੜਾ ਉਹ ਕਹਿੰਦਾ ਲੈ ਤੂੰ ਮੈਨੂੰ ਇਸ ਸਕੂਲ ਦੇ ਵਿੱਚ ਐਡਮਿਸ਼ਨ ਦਵਾ ਦਿੱਤੀ, ਮੈਂ ਇੱਥੇ ਨਹੀਂ ਪੜ੍ਹਨਾ। ਉਹ ਆਪਣੇ ਮਾਤਾ ਪਿਤਾ ਦੀ ਮਜਬੂਰੀ ਨੂੰ ਨਹੀਂ ਸਮਝਦਾ, ਤੇ ਫਿਰ ਉਹਨੂੰ ਜਿਹੜਾ ਨਾ ਉਹਨੂੰ ਸਪੂਤ ਨਹੀਂ ਆਖਿਆ ਜਾਂਦਾ, ਕਪੂਤ ਆਖਿਆ ਜਾਂਦਾ। ਉਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਸਾਨੂੰ ਸਿੱਖ ਪਰਿਵਾਰਾਂ ਦੇ ਘਰੇ ਉਸ ਪਰਮਾਤਮਾ ਵਾਹਿਗੁਰੂ ਨੇ ਜਨਮ ਦਿੱਤਾ ਹੈ, ਤੇ ਫਿਰ ਸਾਨੂੰ ਘੱਟ ਤੋਂ ਘੱਟ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਸਤਿਗੁਰੂ ਨੂੰ ਗੁਰੂ ਮੰਨ ਕੇ ਤੇ ਗੁਰ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਗੁਰ ਮਰਿਆਦਾ ਦੇ ਵਿੱਚ ਰਹਿ ਕੇ ਜਪ ਤਪ ਤੇ ਭਗਤੀ ਕਰਦੇ ਹਾਂ, ਉਹ ਪਰਮਾਤਮਾ ਸੱਚੇ ਸਤਿਗੁਰ ਦੇ ਮਨ ਨੂੰ ਭਾਉਂਦੀ ਹੈ ਜੀ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਅੱਗੇ ਗੁਰੂ ਜੀ ਰਹਿਮਤ ਕਰਦੇ ਨੇ, ਉਸ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਇਹ ਨਾਸ ਹੋ ਜਾਂਦੀ, ਬੁਝ ਜਾਂਦੀ ਏ, ਤੇ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਨਾਮ ਦੇ ਨਾਲ ਅੰਦਰ ਤ੍ਰਿਪਤਾਈ ਮਿਲਦੀ ਹੈ, ਸੰਤੋਖ ਮਿਲਦਾ ਹੈ ਜੀ। ਨਾਸਰੀ ਮਹੱਲਾ ਪੰਜਵਾ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਭਾਵਨ ਚਤੁਰ ਸੰਸਾਰਾ। ਇਹ ਪਾਵਨ ਪਵਿੱਤਰ ਸ਼ਬਦ ਹੈ ਜਿਹੜਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਇਸ ਦੇ ਅੰਦਰ ਜਿਹੜੀ ਮਾਇਆ ਹੈ ਤ੍ਰਿਗੁਣਾਤਮਕ, ਇਹਨੂੰ ਆਖਿਆ ਜਾਂਦਾ ਹੈ। ਇਹਨੇ ਇਸ ਸੰਸਾਰ ਦੇ ਅੰਦਰ ਆਪਣਾ ਜਾਲ ਹੈ ਜਿਹੜਾ ਉਹਨੂੰ ਕਿਵੇਂ ਫੈਲਾਇਆ ਹੋਇਆ ਹੈ, ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਸਾਨੂੰ ਦੱਸਦੇ ਨੇ। ਜਿਨ ਕੀਨੇ ਵਸ ਆਪਣੇ ਤ੍ਰੈ ਗੁਣ, ਇਹਦੇ 3 ਗੁਣ ਨੇ ਮਾਇਆ ਦੇ। ਉਹ 3 ਗੁਣ ਨੇ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਅੱਗੇ ਵੀ ਆਪਾਂ ਕਈ ਵਾਰੀ ਇਹਨਾਂ ਦਾ ਵਿਖਿਆਨ ਕੀਤਾ, ਇਹਨਾਂ ਨੂੰ ਸਮਝਣ ਦਾ ਯਤਨ ਕੀਤਾ ਹੈ। ਇਹ ਜਿਹੜਾ 3 ਗੁਣਾਂ ਤੋਂ ਬਾਹਰ ਹੋ ਜਾਂਦਾ ਹੈ ਉਹਨੂੰ ਸੰਤ ਆਖਿਆ ਜਾਂਦਾ ਹੈ। ਚਤੁਰ ਪਦਵੀ ਦਾ ਮਾਲਕ ਹੋਏ, ਤੁਰੀ ਅਵਸਥਾ ਦੇ ਵਿੱਚ ਹੋ ਜਾਂਦਾ ਹੈ। ਤੇ ਨਹੀਂ ਤਾਂ ਭਾਈ ਫਿਰ ਇਹ 3 ਗੁਣ ਨੇ ਜਿਹੜੇ ਇਹ ਸਮਾਜ ਦੇ ਵਿੱਚ ਸਾਨੂੰ ਵਿਚਰਨ ਦੇ ਲਈ, ਵਾਰੀ-ਵਾਰੀ ਜਨਮ ਲੈਣ ਦੇ ਲਈ ਨਾ, ਇਹ ਜਿਹੜੇ ਨੇ ਇਹ ਪ੍ਰੇਰਕ ਨੇ। 3 ਗੁਣ ਨੇ ਰਜੋ ਗੁਣ, ਜਿੰਦੇ ਵਿੱਚ ਰਜੋ ਗੁਣ ਜ਼ਿਆਦਾ ਹੋਵੇ ਉਹ ਰਾਜਸੀ ਰਾਜਨੀਤੀ ਵਰਤੇਗਾ। ਇਹ ਕੋਈ ਜ਼ਰੂਰੀ ਨਹੀਂ ਵੀ ਉਹ ਧਾਰਮਿਕ ਜੀਵਨ ਤੇ ਉਹਦੇ ਅੰਦਰ ਅਗਰ ਰਜੋ ਗੁਣ ਹੈ ਨਾ, ਉਹ ਧਾਰਮਿਕ ਜੀਵਨ ਜਿਉਂਦਾ ਹੋਇਆ ਵੀ ਰਾਜਨੀਤੀ ਵਰਤੀ ਜਾਂਦਾ ਹੈ। ਜਿਵੇਂ ਕੱਲ ਸੰਤ ਬਾਬਾ ਸ਼ੇਰ ਸਿੰਘ ਜੀ ਦੇ ਪਾਸ ਦਾਸ ਨੂੰ ਥੋੜਾ ਜਿਹਾ ਸਮਾਂ ਮਿਲਿਆ ਬੈਠਣ ਦਾ, ਤੇ ਉਹਨਾਂ ਨੇ ਵਿਚਾਰਾਂ ਦੱਸੀਆਂ ਵੀ ਇਸ ਤਰ੍ਹਾਂ ਵੇਖੋ, ਹੁਣ ਸਾਡੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਇਹ ਨਿਸ਼ਾਨ ਝੁਲਾਏ ਨੇ ਆਪਣੇ ਪਰਿਵਾਰ ਦਾ ਬਲੀਦਾਨ ਦੇ ਕੇ, ਤੇ ਉਹਨਾਂ ਨੇ ਸਾਨੂੰ ਇਹਨਾਂ ਦੇ ਵਾਰਸ ਬਣਾਇਆ, ਇਹਨਾਂ ਦੀ ਸੰਭਾਲ ਕਰਨੀ ਹੈ। ਤੇ ਕੋਈ ਦੂਜੇ ਧਰਮ ਚੰਗੇ ਨਹੀਂ ਲੱਗਦੇ, ਜਿਹੜੇ ਦੂਜੇ ਧਰਮ ਨੇ ਨਾ ਉਹਨੂੰ ਚੰਗੇ ਨਹੀਂ ਲੱਗਦੇ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਜਿੱਥੇ ਵੀ ਗਏ ਨੇ ਨਾ, ਉੱਥੇ ਉਸ ਤਰ੍ਹਾਂ ਉਹਨਾਂ ਦੇ ਧਰਮ ਦੀ ਗੁਰੂ ਮਹਾਰਾਜ ਜੀ ਨੇ ਨਖੇਦੀ ਨਹੀਂ ਕੀਤੀ, ਉਹਨਾਂ ਨੂੰ ਸਮਝਾਉਣਾ ਕੀਤਾ ਹੈ ਵੀ ਤੁਸੀਂ ਇਸ ਧਰਮ ਦੇ ਵਿੱਚ ਰਹਿੰਦੇ ਹੋ, ਇਸ ਧਰਮ ਦੇ ਵਿੱਚ ਰਹਿੰਦੇ ਹੋਏ ਤੁਸੀਂ ਆਪਣੇ ਧਰਮ ਦੀ ਚੰਗੀ ਤਰ੍ਹਾਂ ਪਾਲਣਾ ਕਰੋ। ਮੁਸਲਮਾਨ ਕਹਾਵਨ ਮੁਸ਼ਕਲ, ਗੁਰੂ ਮਹਾਰਾਜ ਜੀ ਨੇ ਕਿਹਾ ਤੁਸੀਂ ਮੁਸਲਮਾਨ ਕਹਾਉਂਦੇ ਹੋ, ਤੇ ਮੁਸਲਮਾਨ ਕਹਾਣਾ ਤਾਂ ਬੜਾ ਮੁਸ਼ਕਲ ਹੈ ਭਾਈ। ਇਹ ਜਿਹੜੀ ਮੁਸ਼ਕਲ ਵਾਲੀ ਮਰਿਆਦਾ ਹੈ ਨਾ, ਇਹਨੂੰ ਚੰਗੀ ਤਰ੍ਹਾਂ ਕਰੋ। ਜਿਹੜਾ ਸਤੋਵਾਦੀ ਹੈ ਨਾ, ਜਿੰਦੇ 'ਚ ਸਤੋ ਗੁਣ ਜ਼ਿਆਦਾ, ਉਹ ਕੱਟੜਵਾਦ ਦੇ ਵਿੱਚ ਹੋ ਜਾਂਦਾ ਹੈ। ਉਹ ਆਪਣੇ ਧਰਮ ਨੂੰ ਹੀ ਪੱਖ ਰੱਖਦਾ, ਦੂਜੇ ਧਰਮਾਂ ਦੀ ਨਿਖੇਧੀ ਕਰਦਾ ਹੈ। ਤੇ ਤੀਜਾ ਜਿਹੜਾ ਇਹ ਤਮੋ ਗੁਣ ਹੈ, ਇਹ ਜਿਹੜਾ ਤਮੋ ਗੁਣ ਹੈ ਇਹ ਮਨੁੱਖ ਤਾਮਸੀ ਹੋ ਜਾਂਦਾ ਹੈ। ਜਦੋਂ ਤਾਮਸੀ ਹੋ ਜਾਂਦਾ ਹੈ, ਇਹਦੀ ਫਿਰ ਜਿਹੜੀ ਤਮੰਨਾ ਹੈ ਨਾ ਉਹ ਨਹੀਂ ਭਰਦੀ। ਹੁਣ ਜਿਹੜੇ ਮਨੁੱਖ ਦੀ ਤਮੰਨਾ ਨਹੀਂ ਭਰੇਗੀ, ਉਹ ਫਿਰ ਕਾਮੀ ਵੀ ਹੋਏਗਾ, ਕ੍ਰੋਧੀ ਵੀ ਹੋਏਗਾ। ਕਿਉਂਕਿ ਜਦੋਂ ਕਰਦੇ ਆ ਵੱਡੇ ਵੱਡੇ ਜੱਗ ਕਰਦੇ ਆ, ਇਸ਼ਨਾਨ ਧਾਰਮਿਕ ਸਥਾਨਾਂ ਤੇ ਜਾ ਕੇ ਇਸ਼ਨਾਨ ਕਰਦੇ ਆ, ਤਾਪ ਤਪੱਸਿਆ ਕਰਦੇ ਆ, ਥਾਨ, ਇਹ ਜਿਹੜੇ ਜਿਤਨੇ ਵੀ ਨੇ ਨਾ ਇਹ ਸਾਰੇ ਖੰਡੇ, ਇਹਨਾਂ ਸਾਰਿਆਂ ਨੂੰ ਇਹਨੇ ਖੰਡਨ ਕਰ ਦਿੱਤਾ ਹੈ। ਨਾ ਸਾਡਾ ਜੱਗ ਕੀਤਾ ਸਿਰੇ ਲੱਗਣ ਦਿੰਦੀ ਹੈ, ਨਾ ਸਾਡਾ ਧਾਰਮਿਕ ਸਥਾਨ ਤੇ ਜਾ ਕੇ ਇਸ਼ਨਾਨ ਕੀਤਾ ਸਿਰੇ ਲੱਗਣ ਦਿੰਦੀ ਹੈ, ਤੇ ਨਾ ਹੀ ਸਾਡਾ ਜਿਹੜਾ ਤਪ ਤਪੱਸਿਆ ਸੇਵਾ ਆਦਿ ਕੀਤੀ ਹੈ ਇਹਨੂੰ ਸਿਰੇ ਲੱਗਣ ਦਿੰਦੀ ਹੈ। ਇਹ ਸਾਰਿਆਂ ਥਾਵਾਂ ਤੇ ਨਾ ਇਹ ਪਹੁੰਚ ਜਾਂਦੀ ਹੈ। ਜੱਗ, ਇਸ਼ਨਾਨ, ਤਾਪ, ਥਾਨ, ਖੰਡੇ, ਇਹਨਾਂ ਸਾਰਿਆਂ ਨੂੰ ਇਹ ਖੰਡਨ ਕਰਨ ਦੇ ਵਿੱਚ ਪ੍ਰਬਲ ਹੈ। ਤੇ ਖੰਡਨ ਕਿਵੇਂ ਕਰਦੀ ਹੈ? 3 ਗੁਣਾਂ ਦੇ ਨਾਲ ਖੰਡਨ ਕਰਦੀ ਹੈ। ਕਿਆ ਉਹ ਜਨਤ ਵਿਚਾਰਾ ਤੇ ਅਸੀਂ ਵਿਚਾਰੇ ਜਨਤ ਕੀ ਆ? ਜਿਹੜਾ ਆਮ ਬੰਦਾ ਹੈ ਉਹਦਾ ਕੀ ਹਾਲ ਹੋਏਗਾ?
ਹੁਣ ਇੱਕ ਬੜਾ ਧਨਾੜੇ ਬੜੀ ਮਾਇਆ ਉਹਦੇ ਕੋਲੇ ਤੇ ਉਹ ਵੱਡੇ ਵੱਡੇ ਜੱਗ ਕਰੇਗਾ ਭਾਈ, ਤੇ ਜਿੰਦੇ ਕੋਲੇ 4 ਪੈਸੇ ਨੇ ਸਮਾਂ ਧਾਰਮਿਕ ਸਥਾਨਾਂ ਤੇ ਜਾ ਕੇ ਦਰਸ਼ਨ ਦਿਦਾਰੇ ਵੀ ਉਹੀ ਕਰ ਸਕਦਾ, ਤਪੱਸਿਆ ਵੀ ਉਹੀ ਕਰ, ਆਸਰਾ ਲੈ ਲਈਏ ਨਾ ਫਿਰ ਛੁੱਟ ਸਕਦੇ ਆ, ਨਾ ਜੱਗ ਦੇ ਨਾਲ ਨਾ ਇਸ਼ਨਾਨ ਦੇ ਨਾਲ ਨਾ, ਹਾਂ ਇਹ ਸਹਾਈ ਹੋ ਸਕਦੇ ਨੇ, ਪਰ ਇਹਨਾਂ ਦੇ ਉੱਤੇ ਜਾਂਦਾ ਹੋਇਆ ਇਹ ਕਿਰਿਆਵਾਂ ਕਰਦਾ ਹੋਇਆ ਆਸਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੱਖਣਾ ਕਰੇ ਤੇ ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਛੁੱਟ ਜਾਈਦਾ ਹੈ ਜੀ। ਸਾਧ ਪ੍ਰਸਾਦ ਹਰ 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 ਗਾਏ ਲਿਖੈ ਬਿਆਦ ਤਬ ਹੂਟੋ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਵਾਹਿਗੁਰੂ 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 ਕਰਦੇ ਰਹੀਏ, ਇਹਨੂੰ ਗਾਉਂਦੇ ਰਹੀਏ, ਵਿਖੇ ਬਿਆਦ ਤਬ ਹੁਟੋ, ਤੇ ਜਿਹੜੇ ਵਕਾਰ ਨੇ ਵਿਆਧੀਆਂ ਨੇ ਜਿਹੜੀਆਂ ਇਹਨਾਂ ਤੋਂ ਫਿਰ ਬਚੀਦਾ ਹੈ ਜੀ। ਰਹਾਉ ਨਹਿ ਸੁਣੀਐ ਨਹਿ ਮੁਕਤੇ ਬਕੀਐ ਨਹਿ ਮੋਹੈ ਉਹ ਡੀਠੀ। ਹੁਣ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ ਵੀ ਕਿਤੇ ਸਾਡੇ ਅੰਦਰ ਇਹ ਫਸਾ ਲੈਂਦੀ ਏ, ਉਦੋਂ ਵੀ ਨਹੀਂ ਪਤਾ ਲੱਗਦਾ, ਬੋਲਦੀ ਵੀ ਨਹੀਂ ਹੈਗੀ ਤੇ ਆਉਂਦੀ ਹੋਈ ਜਿਹੜੀ ਏ ਇਹ ਸੁਣਦੀ ਵੀ ਨਹੀਂ ਜੀ। ਐਸੀ ਠਗੌਰੀ ਪਾਏ ਭੁਲਾਵੈ ਮਨ ਸਭ ਕੈ ਲਾਗੈ ਮੀਠੀ। ਇਹ ਇਸ ਤਰ੍ਹਾਂ ਦੀ ਠੱਗ ਬੂਟੀ ਸਾਨੂੰ ਸੰਘਾ ਦਿੰਦੀ ਏ ਕਿ ਸਾਨੂੰ ਸਾਰਿਆਂ ਨੂੰ ਪਿਆਰੀ ਲੱਗਦੀ ਏ। ਇਹ ਜਿਹੜੀ ਤ੍ਰਿਗੁਣਾਤਮਕ ਮਾਇਆ ਹੈ, ਜਿਨਨੇ 3 ਗੁਣ ਵਰਤੇ ਹੋਏ ਨੇ, ਰਜੋਗੁਣ ਤਮੋਗੁਣ ਸਤੋਗੁਣ, ਇਹ ਜਦੋਂ ਠੱਗੀ ਮਾਰਨ ਵਾਸਤੇ ਸਾਡੇ ਕੋਲ ਆਉਂਦੀ ਏ ਉਦੋਂ ਇਹਦੇ ਪੈਰਾਂ ਦਾ ਖੜਕਾ ਨਹੀਂ ਸੁਣਦਾ, ਜਦੋਂ ਕੁਝ ਬੋਲਦੀ ਏ ਬੋਲਦੀ ਕੁਝ ਹੈ ਹੀ ਨਹੀਂ, ਚੁੱਪ ਚਪੀਤੀ ਏ, ਤੇ ਜਦੋਂ ਸਾਡੇ ਤੇ ਮੋਹ ਦਾ ਹੈ ਹਿੱਤ ਜਿੰਦੇ ਨਾਲ ਅਸੀਂ ਪਿਆਰ ਕਰਦੇ ਆ, ਸਾਡੇ ਹਿੱਤ ਵਾਲੇ ਨੇ, ਭਰਾਤਾ ਸਾਡੇ, ਉਹਨੂੰ ਘਰ ਘਰ ਮੇਲੋ ਇਹਨਾਂ ਸਾਰਿਆਂ ਦੇ ਸਰੀਰਾਂ ਦੇ ਵਿੱਚ ਇਹਨੇ ਨਾ ਦੁਵੈਤ ਪਾਇਆ ਹੋਇਆ ਹੈ। ਇਹ ਮਾਇਆ ਜਿਹੜੀ ਇਹਨੇ ਨਾ ਮਾਂ ਛੱਡੀ ਏ ਨਾ ਪਿਓ ਛੱਡਿਆ, ਨਾ ਸਾਡਾ ਪੁੱਤਰ ਤੇ ਨਾ ਪਤਨੀ, ਨਾ ਹੋਰ ਕੋਈ ਜਿੰਦੇ ਨਾਲ ਅਸੀਂ ਰਲ ਮਿਲ ਬੈਠਦੇ ਆ, ਤੇ ਨਾ ਹੀ ਸਾਡੇ ਭਰਾਵਾਂ ਨੂੰ ਕਿਸੇ ਨੂੰ ਨਹੀਂ ਛੱਡਿਆ। ਘਰ ਘਰ ਮੇਲੋ ਦੁਆ, ਇਹਨੇ ਸਾਰੇ ਸਰੀਰਾਂ ਦੇ ਵਿੱਚ ਆਪਣੀ ਜਿਹੜੀ ਦੁਆਇਤ ਹੈ ਉਹ ਪਾਈ ਹੋਈ ਹੈ ਜੀ। ਇਸ ਹੀ ਬਾਦ ਹਉ ਬਲਿਹਾਰੀ ਸਤਿਗੁਰ ਆਪਣੇ ਜਿਨੇ ਇਹ ਚਲਤ ਦਿਖਾਇਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮੈਂ ਆਪਣੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦਾ, ਜਿਸ ਗੁਰੂ ਨੇ ਕਿਰਪਾ ਕੀਤੀ ਸਾਨੂੰ ਗਿਆਨ ਦੀ ਸੋਝੀ ਦੇ ਕੇ ਇਹਦੇ ਜਿਹੜੇ ਇਹ ਕੰਮ ਨੇ ਨਾ ਚਲਿਤ ਨੇ ਕੌਤਕ ਨੇ ਸਾਰੇ ਵਿਖਾ ਦਿੱਤੇ ਹਨ ਜੀ। ਬੂਝੀ ਭਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ। ਹੁਣ ਗੁਰੂ ਜੀ ਰਹਿਮਤ ਕਰਦੇ ਨੇ, ਗੁੱਜੀ ਭਾਹੇ, ਭਾਹੇ ਦਾ ਅਰਥ ਹੁੰਦਾ ਮੱਚਣਾ। ਇਹ ਅੱਗ ਤਾਂ ਮੱਚ ਰਹੀ ਏ ਸਾਡੇ ਸਾਰਿਆਂ ਦੇ ਅੰਦਰ, ਪਰ ਗੁੱਜੀ ਮੱਚ ਰਹੀ ਏ, ਪਤਾ ਨਹੀਂ ਲੱਗ ਰਿਹਾ। ਜਿਹੜੀ ਦੂਜੀ ਅੱਗ ਮੱਚਦੀ ਹੁੰਦੀ ਉਹਦਾ ਧੂਆਂ ਵੀ ਨਿਕਲਦਾ ਤੇ ਸੇਕ ਵੀ ਹੁੰਦਾ, ਜਿਹੜਾ ਦਿਸਦਾ ਸਾਨੂੰ ਪ੍ਰਕਾਸ਼ ਹੁੰਦਾ, ਉਹਦਾ ਪਤਾ ਲੱਗਦਾ ਵੀ ਮੱਚ ਰਹੀ ਅੱਗ, ਪਰ ਇਹ ਇਸ ਤਰ੍ਹਾਂ ਦੀ ਅੱਗ ਏ ਸਾਡੇ ਅੰਦਰ ਮੱਚ ਜ਼ਰੂਰ ਰਹੀ ਏ ਪਰ ਦਿਸਦੀ ਨਹੀਂ। ਇਹਨੂੰ ਕਹਿੰਦੇ ਨੇ ਗੁੱਜੀ ਭਾਹੇ, ਜਿਹੜੀ ਮੱਚਦੀ ਹੋਵੇ ਪਰ ਦਿਸੇ ਨਾ। ਜਲੇ ਸੰਸਾਰਾ, ਤੇ ਇਸ ਗੁੱਜੀ ਅੱਗ ਦੇ ਵਿੱਚ ਅਸੀਂ ਸਾਰੇ ਹੀ ਸੜ ਰਹੇ ਹਾਂ। ਭਗਤ ਨਾ ਵਿਆਪੇ ਮਾਇਆ, ਜਿਹੜੇ ਭਗਤ ਨੇ ਨਾ ਉਹ ਇਹਦੇ ਤੋਂ ਬਚੇ ਹੋਏ ਹਨ ਜੀ। ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ। ਗੁਰੂ ਦੀ ਕਿਰਪਾ ਦੇ ਨਾਲ ਵੱਡੇ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਮਾਇਆ ਦੇ ਜਿਹੜੇ ਬੰਧਨ ਪਾਏ ਨੇ ਕੱਟੇ ਜਾਂਦੇ ਹਨ ਜੀ। ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ। ਵਾਹਿਗੁਰੂ ਵਾਹਿਗੁਰੂ ਨਾਮ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ, ਗੁਰਸਿੱਖਾਂ ਦੇ ਪੱਲੇ ਦੇ ਵਿੱਚ ਪਾਇਆ, ਤੇ ਗੁਰਸਿੱਖ ਨੇ ਜਿਹੜੇ ਸੱਚੇ ਸਤਿਗੁਰ ਦਾ ਬਖਸ਼ਿਸ਼ ਕੀਤਾ ਹੋਇਆ ਵਾਹਿਗੁਰੂ ਨਾਮ, ਇਹ ਖੱਟੀ ਖੱਟ ਕੇ ਨਾ ਬੈਕੁੰਠ ਰੂਪੀ ਬੇਗਮਪੁਰੇ ਨਗਰ ਜਿੱਥੇ ਵਸ ਹੈ ਉੱਥੇ ਲੈ ਕੇ ਇਹ ਚਲੇ ਜਾਈਦਾ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਰਹਿਮਤ ਕਰਨ, ਕਿਰਪਾ ਕਰਨ, ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਾਮ ਦੇ ਲੜ ਲਾਈ ਰੱਖਣ, ਨਾਮ ਦੇ ਨਾਲ ਜੋੜੀ ਰੱਖਣ। ਦੇਹੋ ਸੱਜਣ ਆਸੀਸੜੀਆ ਜੋ ਹੋਵੇ ਸਹਿਬ ਸਿਉ ਮੇਲ।